मित्र प्यारे हाल मुरीदा दा कहना। गुरु नानक पाद पंकज बंदन पाद पंकज सिमरो अंगद दुख निकंद गुर अमरदास हृदय नित श्री गुरु रामदास गुण गुर अर्जन बिघ्नन के नासक बिघ्नन के हर गोविंद शुभ सुमत पर श्री हर राय नमो कार जोरी नमो कार श्री हर कृष्ण मनाऊं बहु गुर तेग बहादुर परम कृपाला जी परम श्री गुरु गोविंद सिंह तारो तरा पार पुन पुन सीसा जी पुन पुन बंदों बार बार जगदी एकंकारा सतगुरु तेह प्रसाद सच। वाहिगुरु जी की फतेह है विघ्न विनाशन। वाहिगुरु जी की फतेह है विघ्न विनाशन सोए। तेरा बहु तिस अपने आपे दई कटाए। वाहिगुरु जी का खालसा वाहिगुरु जी की फतेह। जुगो जुग अटल शबर छतर तख्त के मालिक दीन दुनिया के वाली साहिब गरीब नवाज धन धन श्री गुरु ग्रंथ साहिब जी महाराज गुरदेव जी की पावन हजूरी अंदर हाजरियां भर रही गुरु स्वरूप गुरु खालसा साध संगत लड़ीवार खालसे पंथ के महान अजीम इतिहास नूं आप सरवण कर रहे हो। कल का जो प्रकरण सरवण किया सी अहमद शाह अब्दाली दे जो गिलजे ਸਿੰਘਾਂ ਦਾ ਟਾਕਰਾ ਕਰਨ ਵਾਸਤੇ ਆਏ। ਉਹਨਾਂ ਨੇ ਚਿੱਠੀ ਲਿਖੀ ਕਿ ਤੁਸੀਂ ਗੀਦੀ ਹੋ ਗਵਾਰ ਹੋ ਬੁਜ਼ਦਿਲ ਹੋ। ਇਸ ਤਰ੍ਹਾਂ ਜਦੋਂ ਪੰਥ ਦੀ ਨਿੰਦਿਆ ਕੀਤੀ ਸਰਦਾਰ ਚੜ੍ਹਤ ਸਿੰਘ ਛੋਟੀ ਉਮਰ ਵਿੱਚ ਸੀ ਬਾਲਕ ਸੀ ਰੋਹ ਵਿੱਚ ਆ ਗਿਆ। ਖੰਡਾ ਲੈ ਕੇ ਇਕੱਲਾ ਹੀ ਤੁਰਕਾਂ ਨਾਲ ਜੰਗ ਕਰਨ ਵਾਸਤੇ ਤੁਰ ਪਿਆ। ਸਰਦਾਰ ਸੁਖਾ ਸਿੰਘ ਨੇ ਜਦੋਂ ਵੇਖਿਆ ਉਹ ਘੋੜੇ 'ਤੇ ਸਵਾਰ ਹੋ ਕੇ ਚੜ੍ਹਤ ਸਿੰਘ ਦੇ ਨਾਲ ਰਲੇ, ਆਖਿਆ ਬੇਟਾ ਇਹਨਾਂ ਗਿਲਜਿਆਂ ਦਾ ਤੂੰ ਮੁਕਾਬਲਾ ਨਹੀਂ ਕਰ ਸਕਦਾ। ਬੜੇ ਬੜੇ ਜਵਾਨ ਤਾਕਤਵਰ ਨੇ, ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ। ਚੜ੍ਹਤ ਸਿੰਘ ਕਹਿੰਦਾ ਭਾਈ ਸੁਖਾ ਸਿੰਘ ਜੀ ਨੂੰ ਤੁਸੀਂ ਸਹੀ ਕਹਿੰਦੇ ਹੋ, पर मैं गुरु पंथ की निंदिया नहीं सुन सकता। ये गल सुन के भाई सुखा सिंह कहते भी मैं जावांगा। संजो पैनी घोड़े ते सवार हो के गिलजे नूं जा वंगारिया।
ਆ ਭਾਈ ਮੇਰੇ ਨਾਲ ਮੁਕਾਬਲਾ ਕਰ। ਸਿੰਘਾਂ ਨੂੰ ਬੁਜ਼ਦਲ ਕਹਿੰਦਾ, ਪੰਥ ਦੀ ਨਿੰਦਿਆ ਕਰਦਾ। ਇਸ ਤਰ੍ਹਾਂ ਗਿਲਜੇ ਦਾ ਤੇ ਭਾਈ ਸੁੱਖਾ ਸਿੰਘ ਦਾ ਜੰਗ ਹੋਇਆ। ਦੋਨੇ ਬੇਹੋਸ਼ ਹੋਏ, ਘੋੜੇ ਤੋਂ ਥੱਲੇ ਡਿੱਗੇ। ਭਾਈ ਸੁੱਖਾ ਸਿੰਘ ਨੂੰ ਜਦੋਂ ਥੋੜ੍ਹੀ ਹੋਸ਼ ਆਈ ਤੇ ਉਹਨਾਂ ਨੇ ਗਿਲਜੇ ਦੇ ਪੇਟ ਦੇ ਵਿੱਚ ਸ਼ਸਤਰ ਮਾਰ ਕੇ ਤੇ ਉਹਨੂੰ ਮਾਰ ਦਿੱਤਾ। ਇਸ ਤਰ੍ਹਾਂ ਜਦੋਂ ਵਾਪਸ ਆਏ ਤੇ ਚੜ੍ਹਤ ਸਿੰਘ ਨੇ ਘੋੜੇ ਤੇ ਬਿਠਾਇਆ ਤੇ ਭਾਈ ਸੁੱਖਾ ਸਿੰਘ ਦੀ ਮਦਦ ਕੀਤੀ, ਵਾਪਸ ਲੈ ਕੇ ਆਏ। ਬਾਕੀ ਰਹਿੰਦੇ ਗਿਲਜਿਆਂ ਨੇ ਵੀ ਹਮਲਾ ਕਰ ਦਿੱਤਾ। ਉਹਨਾਂ ਦਾ ਟਾਕਰਾ ਖਾਲਸੇ ਨੇ ਕੀਤਾ ਤੇ ਗਿਲਜਿਆਂ ਨੂੰ ਪਿਛਾਂਹ ਮੋੜ ਦਿੱਤਾ। ਇਸ ਪ੍ਰਕਾਰ ਭਾਈ ਸੁੱਖਾ ਸਿੰਘ ਨੇ ਖਾਲਸੇ ਪੰਥ ਕੋਲੋਂ ਜਿਹੜੀ ਕੰਨਿਆ ਮਾਰਨ ਦਾ ਦੋਸ਼ ਲੱਗਾ ਸੀ, ਉਹ ਗਲਤੀ ਉਹ ਭੁੱਲ ਬਖਸ਼ਾਈ ਹੈ। ਇਸ ਤੋਂ ਬਾਅਦ ਸਰਦਾਰ ਚੜ੍ਹਤ ਸਿੰਘ ਨੇ ਪੰਥ ਨਾਲ ਮਿਲ ਕੇ ਨੂਰ ਦੀ ਸਰਾਂ, ਸੰਗਰਕੋਟ, ਮਜੀਠਾ, ਇਹਨਾਂ ਸਾਰੇ ਇਲਾਕਿਆਂ ਨੂੰ ਖਾਲਸੇ ਨੇ ਮਾਰ ਲਿਆ। ਬਾਅਦ ਵਿੱਚ ਛੀਨਾ ਪਿੰਡ, ਉੱਥੇ ਹਮਲਾ ਕੀਤਾ ਸਿੰਘਾਂ ਨੇ, ਜਿੱਥੇ ਕਰਮਾ ਛੀਨਾ ਰਹਿੰਦਾ ਸੀ, ਬੜਾ ਦੁਸ਼ਟ, ਜਿਹਨੇ ਬੜੇ ਸਿੰਘ ਕਤਲ ਕਰਵਾਏ ਸਨ। ਉਹਨੂੰ ਜਦੋਂ ਪਤਾ ਲੱਗਿਆ ਕਿ ਸਿੰਘ ਆ ਗਏ, ਉਹਨੇ ਕਿਲ੍ਹਾ ਬਣਾਇਆ ਸੀ ਤੇ ਕਿਲ੍ਹੇ ਵਿੱਚ ਆਕੀ ਹੋ ਕੇ ਬਹਿ ਗਿਆ। ਸੋ ਆਓ ਲੜੀਵਾਰ ਕਥਾ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ। ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬ ਕਰ ਮੈਨੇ ਜਾਣਿਓ, ਸਿੰਘ ਅਬ ਛਾੜਤ ਨਾਹੀ। ਸਿੰਘਾਂ ਨੇ ਛੀਨਾ ਪਿੰਡ ਨੂੰ ਜਦੋਂ ਘੇਰਾ ਪਾ ਲਿਆ 4 ਚੁਫੇਰੇ ਤੋਂ, ਤੇ ਕਰਮਾ ਜਿਹੜਾ ਸੀ ਉਹਨੇ ਮਨ ਵਿੱਚ ਜਾਣ ਲਿਆ ਕਿ ਹੁਣ ਸਿੰਘਾਂ ਨੇ ਮੈਨੂੰ ਜਿਉਂਦਾ ਨਹੀਂ ਛੱਡਣਾ, ਕਿਉਂਕਿ ਉਹਨੂੰ ਆਪਣੀਆਂ ਕੀਤੀਆਂ ਹੋਈਆਂ ਕਰਤੂਤਾਂ ਯਾਦ ਸਨ ਕਿ ਮੈਂ ਕਿੰਨੇ ਕੁ ਸਿੰਘਾਂ ਦਾ ਕਤਲ ਕਰਾ ਦਿੱਤਾ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਸੋ ਮੇਰੇ ਕੀਤੇ ਹੋਏ ਅਪਰਾਧ ਦੀ ਸਜ਼ਾ ਸਿੰਘ ਮੈਨੂੰ ਜ਼ਰੂਰ ਦੇਣਗੇ। ਤੇਰਾ ਬਹੁ ਤਿਸ ਆਪਣੀ ਆਪੇ ਦਈ ਕਟਾਏ। ਇਹ ਕਰਮਾ ਜਿਹੜਾ ਸੀ, ਇਹਨੇ 13 ਵਿਆਹ ਕੀਤੇ ਸਨ। ਇਹਦੀਆਂ ਘਰ ਵਾਲੀਆਂ ਦੀ ਗਿਣਤੀ 13 ਸੀ। ਇਹਨੇ ਕੀ ਕੀਤਾ ਵੀ ਉਹ 13 ਦੀਆਂ 13 ਆਪਣੇ ਹੱਥੀਂ ਮਾਰ ਦਿੱਤੀਆਂ। ਆਪ ਤਾਂ ਮਰਨਾ ਹੀ ਸੀ ਪਾਪੀ ਨੇ, ਤੇ ਆਪਣੀਆਂ ਇਸਤਰੀਆਂ ਜਿਹੜੀਆਂ ਸਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਸ਼ਸਤਰਾਂ ਨਾਲ ਵੱਢ ਕੇ ਤੇ ਮਾਰ ਦਿੱਤਾ ਹੈ। ਚੋਪਈ ਕਈ ਦਿਨ ਮੈਂ ਗੜੀ ਸੁਮਾਰੀ। ਹੁਣ ਸਿੰਘਾਂ ਨੂੰ ਇਸ ਗੜੀ ਨੂੰ ਸਰ ਕਰਦਿਆਂ ਕਈ ਦਿਨ ਲੱਗ ਗਏ। ਕਈ ਦਿਨਾਂ ਦੇ ਵਿੱਚ ਸਿੰਘਾਂ ਨੇ ਇਸ ਗੜੀ ਨੂੰ ਮਾਰਿਆ ਹੈ। ਫਿਰ ਆਕੀ ਉਨ ਕਰੀ ਅਟਾਰੀ। ਇੱਕ ਅਟਾਰੀ ਸੀ, ਉਸ ਅਟਾਰੀ ਵਿੱਚ ਕਰਮਾ ਜਾ ਬੈਠਾ। ਪਹਿਲਾਂ ਗੜੀ ਤੇ ਕਬਜ਼ਾ ਸਿੰਘਾਂ ਨੇ ਕਰ ਲਿਆ, ਉੱਚੀ ਅਟਾਰੀ ਵਿੱਚ ਜਾ ਕੇ ਬਹਿ ਗਿਆ। ਆਕੀ ਹੋ ਕੇ, ਬਾਗੀ ਹੋ ਕੇ ਬਹਿ ਗਿਆ ਹੈ। ਹੁਣ ਸਿੰਘਾਂ ਨਾਲ ਜੰਗ ਕਰਦਿਆਂ, ਲੜਾਈ ਕਰਦਿਆਂ ਦਾਰੂ ਸਿੱਕਾ ਵੀ ਇਹਦਾ ਖਤਮ ਹੋ ਗਿਆ। ਇਹਨੇ ਅਟਾਰੀ ਤੇ ਨਾ ਢੀਮਾਂ ਇੱਟਾਂ ਰੱਖੀਆਂ ਸਨ ਤੇ ਉੱਚੇ ਪਾਸਿਓਂ ਇੱਟਾਂ ਚੁੱਕ ਚੁੱਕ ਕੇ ਸਿੰਘਾਂ ਨੂੰ ਮਾਰਨ ਲੱਗ ਪਿਆ। ਉਸ ਤੋਂ ਬਾਅਦ ਜਿਹੜੇ ਸਿੰਘ ਸਨ ਉਹ ਅਟਾਰੀ ਤੇ ਜਾ ਚੜੇ, ਜਿੱਥੇ ਕਰਮਾ ਬੈਠਾ ਸੀ ਨਾ, ਉਸ ਅਟਾਰੀ ਦੇ ਉੱਤੇ ਸਿੰਘਾਂ ਨੇ ਜਾ ਕੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਵਿਚਕਾਰਲੀ ਜਗ੍ਹਾ 'ਚ ਢੀਮਾਂ ਭਰ ਭਰ ਕੇ ਉਹ ਜਗ੍ਹਾ ਜਿਹੜੀ ਸੀ ਉੱਚੀ ਕਰ ਲਈ ਹੈ। ਇਸ ਤਰ੍ਹਾਂ ਸਿੰਘਾਂ ਨੇ ਉੱਚੀ ਜਗ੍ਹਾ ਤੇ ਚੜ੍ਹ ਕੇ ਅਟਾਰੀ ਮੱਲ ਲਈ। ਇਸ ਤੋਂ ਬਾਅਦ ਉਹ ਹੰਕਾਰੀ ਜਿਹੜਾ ਕਰਮਾ ਦੁਸ਼ਟ ਸੀ ਉਹ ਹੇਠਾਂ ਜਾ ਵੜਿਆ, ਭਾਵ ਕਿ ਨੀਵੀਂ ਥਾਂ ਤੇ ਭੋਰਾ ਬੇਸਮੈਂਟ ਬਣਾਈ ਹੋਈ ਸੀਗੀ। ਇੱਕ ਗੜੀ ਸੀ, ਚਬਾਰਾ ਬਣਾਇਆ, ਅਟਾਰੀ ਬਣਾਈ ਤੇ ਹੇਠਲੇ ਪਾਸੇ ਉਹਨੇ ਜਗ੍ਹਾ ਬਣਾਈ ਹੋਈ ਸੀ, ਭੋਰਾ ਬਣਾਇਆ ਸੀ। ਜਦੋਂ ਸਿੰਘ ਅਟਾਰੀ ਤੇ ਚੜ੍ਹ ਗਏ, ਉਹ ਜਗ੍ਹਾ ਮੱਲ ਲਈ, ਉਹ ਜਾ ਕੇ ਭੋਰੇ ਵਿੱਚ ਲੁਕ ਗਿਆ ਹੈ। ਫਿਰ ਸਿੰਘਾਂ ਨੇ ਅਟਾਰੀ ਦੀ ਜਿਹੜੀ ਛੱਤ ਸੀ ਨਾ, ਉਹ ਛੱਤ ਢਾਹ ਦਿੱਤੀ ਹੈ। ਗੋਲੀਆਂ ਮਾਰੀਆਂ ਛੱਤ ਦੇ ਉੱਪਰਲੇ ਪਾਸਿਓਂ, ਗੋਲੀਆਂ ਮਾਰ ਮਾਰ ਕੇ ਸਾਰੀ ਛੱਤ ਚੀਰ ਦਿੱਤੀ ਹੈ। ਕਰਮਾ ਅੰਦਰ ਲੁਕਿਆ ਹੋਇਆ ਸੀ, ਉਹਨੇ ਮਨ ਵਿੱਚ ਜਾਣ ਲਿਆ ਵੀ ਹੁਣ ਮੈਂ ਜਿਉਂਦਾ ਨਹੀਂ ਬਚਣਾ, ਕਿਉਂਕਿ ਉਹਨੇ ਆਪਣਾ
ਜੋ ਕਰਮ ਕਰਤੂਤ ਜੋ ਪਾਪ ਕੀਤਾ ਸੀ ਉਹ ਚੇਤੇ ਆ ਗਿਆ। ਆਪਣੇ ਕੀਤੇ ਹੋਏ ਕਰਮਾਂ ਕਰਕੇ ਹੁਣ ਪਛਤਾਉਂਦਾ ਹੈ। ਜਾਣਿਓ ਇਹ ਅਬ ਛੱਡਦੇ ਨਾਹੀ। ਸੋਚਣ ਲੱਗਾ ਕਿ ਹੁਣ ਸਿੰਘਾਂ ਨੇ ਮੈਨੂੰ ਜਿਉਂਦਾ ਨਹੀਂ ਛੱਡਣਾ। ਮੈਂ ਜੋ ਕੁਝ ਕੀਤਾ ਹੈ ਸਿੰਘਾਂ ਨਾਲ ਉਹਦਾ ਬਦਲਾ ਇਹ ਮੇਰੇ ਕੋਲੋਂ ਜ਼ਰੂਰ ਲੈਣਗੇ। ਖੋਟੇ ਕਰਮ ਕੀਏ ਥੇ ਤਾਹੀ। ਉਹਨੇ ਬੜੇ ਖੋਟੇ ਕਰਮ ਕੀਤੇ ਸਨ। ਸਿੰਘਾਂ ਨੂੰ ਜ਼ਕਰੀਆ ਖਾਨ ਦੇ ਕੋਲ ਗ੍ਰਿਫਤਾਰ ਕਰਾਇਆ, ਸਿੰਘਾਂ ਨੂੰ ਕਤਲ ਕਰਾਇਆ। ਆਪਣੇ ਹੱਥੀਂ ਬੜੇ ਸਿੰਘ ਜਿਹੜੇ ਸਨ ਗੋਲੀਆਂ ਮਾਰ ਕੇ ਤਲਵਾਰਾਂ ਮਾਰ ਕੇ ਫਾਹੇ ਲਾ ਲਾ ਕੇ ਨੇ ਸ਼ਹੀਦ ਕੀਤੇ ਸਨ। ਕੀਤੇ ਹੋਏ ਖੋਟੇ ਕਰਮ ਯਾਦ ਆ ਗਏ, ਚੇਤੇ ਆ ਗਏ। ਤਬ ਸਿੰਘਨ ਸੋ ਕਹੀ ਉਨ ਬਾਤ। ਸਾਧ ਸੰਗਤ ਜੀ, ਇਹਨੇ ਸਿੰਘਾਂ ਨੂੰ ਲਲਕਾਰ ਕੇ ਇੱਕ ਗੱਲ ਆਖੀ ਹੈ। ਹਮ ਸੰਗ ਕਰੋ ਅਕੱਲੋ ਹਾਥ। ਆਖਣ ਲੱਗਾ ਵੀ ਇਸ ਤਰ੍ਹਾਂ ਹੈ ਵੀ ਤੁਸੀਂ ਹੋ ਜ਼ਿਆਦੇ ਜਾਣੇ ਤੇ ਮੈਂ ਇਕੱਲਾ ਜਾਣਾ ਰਹਿ ਗਿਆ, ਵੀ ਤੁਸੀਂ ਇਕੱਲੇ ਨਾਲ ਇਕੱਲਾ ਲੜ ਲਓ। ਮੈਂ ਇਕੱਲਾ ਤੇ ਤੁਹਾਡੇ ਵੱਲੋਂ ਇੱਕ ਸਿੰਘ ਆ ਜਾਏ ਤੇ ਇਸ ਤਰ੍ਹਾਂ ਇਕੱਲੇ ਨਾਲ ਇਕੱਲਾ ਮੁਕਾਬਲਾ ਕਰੋ। ਸੁਖਾ ਸਿੰਘ ਹੁੱਤੋ ਤਖਾਨ। ਭਾਈ ਸੁੱਖਾ ਸਿੰਘ ਜੀ ਉਸ ਜੰਗ ਦੇ ਵਿੱਚ ਹਾਜ਼ਰ ਹਨ। ਮਾੜੀ ਵਾਲੋ ਪ੍ਰਗਟ ਜਹਾਨ। ਕੰਬੋ ਕੀ ਮਾੜੀ ਨਗਰ ਦੇ ਰਹਿਣ ਵਾਲੇ, ਇਹਨਾਂ ਦੀ ਬਹਾਦਰੀ ਸਾਰੇ ਜਹਾਨ ਵਿੱਚ ਪ੍ਰਗਟ ਹੈ। ਸਾਰੇ ਲੋਕ ਇਹਨਾਂ ਦੀ ਬਹਾਦਰੀ ਨੂੰ ਭਲੀ ਪ੍ਰਕਾਰ ਜਾਣਦੇ ਹਨ। ਜਿੱਥੇ ਕੀਨੇ ਕਈ ਅਖਾਰੇ। ਇਹਨਾਂ ਨੇ ਇਸ ਤੋਂ ਪਹਿਲਾਂ ਬੜੇ ਅਖਾੜੇ ਕੀਤੇ, ਭਾਵ ਬੜੇ ਜੰਗ ਕੀਤੇ ਹਨ। ਸੋ ਆਖੋ ਕੋ ਫੇਰ ਸੁਧਾਰੇ। ਸਾਧ ਸੰਗਤ ਜੀ, ਉਸੇ ਵਕਤ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ, ਠੀਕ ਹੈ ਭਾਈ, ਆ ਕੇ ਮੇਰੇ ਨਾਲ ਜੰਗ ਕਰਨਾ ਕਰ, ਮੈਂ ਤੇਰੇ ਨਾਲ ਯੁੱਧ ਕਰਨ ਵਾਸਤੇ ਤਿਆਰ ਹਾਂ। ਮਨ ਕਹਿਓ ਕਰਮੇ ਆਊ ਮੋਹ ਪਾਹੀ। ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ, ਹੇ ਕਰਮਿਆ ਤੂੰ ਮੇਰੇ ਨਾਲ ਆ ਕੇ ਜੰਗ ਕਰ, ਬਾਹਰ ਨਿਕਲ। ਹੋਰ ਕਿਸੀ ਕਾ ਤੋਹੇ ਭੋ ਨਹੀਂ। ਤੈਨੂੰ ਹੋਰ ਕਿਸੇ ਨਾਲ ਜੰਗ ਕਰਨ ਦੀ ਲੋੜ ਨਹੀਂ। ਤੂੰ ਚਾਹੁੰਦਾ ਵੀ ਇਕੱਲੇ ਨਾਲ ਜੰਗ ਕਰੇ, ਤੂੰ ਆ ਕੇ ਮੇਰੇ ਨਾਲ ਜੰਗ ਕਰ। ਤੈਨੂੰ ਕੋਈ ਸਿੰਘ ਕੁਝ ਨਹੀਂ ਆਖੇਗਾ। ਕਿਸੇ ਦਾ ਡਰ, ਕਿਸੇ ਦਾ ਭੈ ਮਨ ਵਿੱਚ ਮੰਨਣ ਦੀ ਤੈਨੂੰ ਲੋੜ ਨਹੀਂ ਹੈ। ਕਹੇ ਸੁਲਾਟੂ ਹਾਥਨ ਨਾਲ। ਸੋ ਆ ਕਰਕੇ ਤੂੰ ਸਾਡੇ ਹੱਥ ਨਾਲ ਲੜ ਲੈ, ਭਾਵ ਹੱਥਾਂ ਨਾਲ ਜੰਗ ਕਰਨਾ ਵੀ ਘੋਲ ਕਰ ਲੈ। ਜੇ ਤੂੰ ਆਖੇ ਵੀ ਤੂੰ ਹੱਥਾਂ ਨਾਲ ਘੋਲ ਕਰਨਾ ਹੈ ਤੇ ਮੈਂ ਤੇਰੇ ਨਾਲ ਹੱਥਾਂ ਨਾਲ ਘੋਲ ਕਰਨ ਵਾਸਤੇ ਤਿਆਰ ਹਾਂ। ਕਨ ਢੀਮਨ ਸੋਟਨ ਸਾਲ। ਭਾਵੇਂ ਤੂੰ ਮੁਕੀਆਂ ਨਾਲ ਲੜਨਾ ਚਾਹੁੰਦਾ, ਮੁਕੀਆਂ ਨਾਲ ਲੜ ਲੈ। ਜੇ ਤੂੰ ਇੱਟਾਂ ਮਾਰਨ, ਇੱਕ ਦੂਜੇ ਦੇ ਇੱਟਾਂ ਮਾਰਨੀਆਂ ਨੇ, ਇਸ ਤਰ੍ਹਾਂ ਲੜਾਈ ਕਰਨੀ ਤਾਂ ਵੀ ਕਰ ਲੈ। ਇਸੇ ਪ੍ਰਕਾਰ ਜੇ ਤੂੰ ਸੋਟਿਆਂ ਨਾਲ ਲੜਨਾ ਚਾਹੁੰਦਾ ਤੇ ਸੋਟਿਆਂ ਨਾਲ ਲੜ ਲੈ, ਵੀ ਤੇਰੀ ਮਰਜ਼ੀ ਹੈ। ਭਾਵੇਂ ਸੋਟਾ ਲੈ ਕੇ ਲੜ ਲੈ, ਭਾਵੇਂ ਢੀਮਾ ਮਾਰ ਕੇ ਲੜ ਲੈ, ਭਾਵੇਂ ਮੁਕੀਆਂ ਮਾਰ ਕੇ ਲੜ ਲੈ, ਤੇ ਭਾਵੇਂ ਹੱਥਾਂ ਨਾਲ ਆ ਕੇ ਲੜਾਈ ਕਰ ਲੈ, ਪਹਿਲਵਾਨੀ ਕਰ ਲੈ, ਘੁਲ ਲੈ। ਤੇਰੀ ਮਰਜ਼ੀ, ਜਿਵੇਂ ਤੂੰ ਆਖੇਂਗਾ ਉਵੇਂ ਹੀ ਹੋ ਜਾਵੇਗਾ। ਤੀਰ ਬੰਦੂਕ ਹੋਰ ਭਉ ਨਹੀਂ। ਹਾਂ, ਤੇਰੇ ਕੋਲ ਜੇ ਤੀਰ ਹੈ ਤੇ ਤੂੰ ਤੀਰ ਲਾਇਆ, ਤੀਰ ਚਲਾ ਕੇ ਜੰਗ ਕਰ ਲੈ। ਜੇ ਤੇਰੇ ਕੋਲ ਬੰਦੂਕ ਹੈ, ਬੰਦੂਕ ਨਾਲ ਲੜਾਈ ਕਰਨਾ ਚਾਹੁੰਦਾ ਤੇ ਬੰਦੂਕ ਦੇ ਨਾਲ ਲੜਾਈ ਕਰ ਲੈ। ਇਸ ਤਰ੍ਹਾਂ ਹੋਰ ਭਉ ਨਹੀਂ। ਨਾ ਤਾਂ ਮੈਨੂੰ ਕਿਸੇ ਪ੍ਰਕਾਰ ਦਾ ਖੌਫ ਹੈ ਤੇ ਨਾ ਤੈਨੂੰ ਕਿਸੇ ਪ੍ਰਕਾਰ ਦਾ ਖੌਫ ਕਰਨ ਦੀ ਲੋੜ ਹੈ। ਕੋਈ ਸਿੰਘ ਤੈਨੂੰ ਹੱਥ ਨਹੀਂ ਲਾਵੇਗਾ। ਕਹਿ ਆਵਾਂ ਮੈਂ ਕਿ ਤੂੰ ਆਹੀ। ਫਿਰ ਭਾਈ ਸਾਹਿਬ ਕਹਿੰਦੇ, ਹੁਣ ਮਰਜ਼ੀ ਤੇਰੀ ਹੈ, ਦੱਸ। ਜੇ ਤਾਂ ਤੂੰ ਬਾਹਰ ਆਉਣਾ ਵਿੱਚੋਂ ਭੋਰੇ ਦੇ ਤਾਂ ਵੀ ਠੀਕ ਹੈ, ਨਹੀਂ ਤੇ ਫਿਰ ਮੈਂ ਆਉਣਾ ਆ। ਮੈਂ ਤੈਨੂੰ ਇਸੇ ਕਰਕੇ ਪਹਿਲੀ ਵਾਰ ਕਹਿਣਾ ਵੀ ਤੂੰ ਭੋਰੇ ਵਿੱਚੋਂ ਬਾਹਰ ਆ ਜਾ। ਜੇ ਤੂੰ ਭੋਰੇ ਵਿੱਚੋਂ ਬਾਹਰ ਨਾ ਆਇਆ ਤੇ ਮੈਂ ਤੇਰੇ ਕੋਲ ਆਉਣ ਲੱਗਾ ਹਾਂ। ਕਰਮੇ ਨੇ ਪਕੜੀ ਢਾਲ। ਕਰਮੇ ਨੇ ਸੋਚਿਆ ਵੀ ਹੁਣ ਇਸ ਤੋਂ ਚੰਗਾ ਮੌਕਾ ਹੋਰ ਕੋਈ ਨਹੀਂ ਮਿਲਣਾ, ਇਹਦੇ ਨਾਲੋਂ ਚੰਗਾ ਇਹੀ ਹੈ ਵੀ ਆਪ ਹੀ ਬਾਹਰ ਨਿਕਲ ਜਾਓ। ਕਰਮੇ ਨੇ ਆਪਣੇ ਹੱਥ ਦੇ ਵਿੱਚ ਢਾਲ ਫੜ ਲਈ ਹੈ। ਆਇਓ ਸ਼ੇਰ ਜਿਉ ਕਰਕੇ ਛਾਲ। ਸ਼ੇਰ ਦੇ ਵਾਂਗੂ ਛਾਲ ਮਾਰ ਕੇ ਭੋਰੇ ਵਿੱਚੋਂ ਬਾਹਰ ਆ ਗਿਆ। ਸੁੱਖਾ ਸਿੰਘ ਕਹਿਓ ਵਾਰ ਅਬ ਤੇਰਾ। ਭਾਈ ਸੁੱਖਾ ਸਿੰਘ ਕਹਿਣ ਲੱਗੇ, ਕਰਮਿਆ ਤੈਨੂੰ ਮੌਕਾ ਦੇਣਾ, ਤੂੰ ਮੇਰੇ ਉੱਤੇ ਵਾਰ ਕਰ ਲੈ, ਹਮਲਾ ਕਰ ਲੈ। ਵਾਰ ਦੂਸਰਾ ਹੋਗਾ ਮੇਰਾ। ਪਹਿਲਾ ਵਾਰ ਤੇਰਾ ਹੋਵੇਗਾ, ਤੂੰ ਮੇਰੇ ਤੇ ਹਮਲਾ ਕਰ ਲੈ ਤੇ ਦੂਜੀ ਵਾਰੀ ਮੈਂ ਤੇਰੇ ਤੇ ਵਾਰ ਕਰਾਂਗਾ। ਤਬ ਕਰਮੇ ਨੇ ਬਰਛੀ ਮਾਰੀ। ਇਹ ਬਚਨ ਸੁਣ ਕੇ ਕਰਮੇ ਨੇ ਭਾਈ ਸੁੱਖਾ ਸਿੰਘ ਉੱਤੇ ਬਰਛੀ ਚਲਾ ਦਿੱਤੀ। ਸੁੱਖਾ ਸਿੰਘ ਪਰ ਢਾਲ ਸੰਭਾਰੀ। ਸੁੱਖਾ ਸਿੰਘ ਨੇ ਢਾਲ ਮੂਹਰੇ ਕਰਕੇ ਤੇ ਕਰਮੇ ਦੀ ਚਲਾਈ ਬਰਛੀ ਢਾਲ ਦੇ ਉੱਪਰ ਸੰਭਾਲ ਲਈ। ਬਰਛੀ ਆਪਣੇ ਆਪ ਨੂੰ ਲੱਗਣ ਨਹੀਂ ਦਿੱਤੀ, ਦੁਸ਼ਮਣ ਦਾ ਵਾਰ ਨਿਫਲ ਕਰ ਦਿੱਤਾ ਹੈ। ਫਿਰ ਸੁੱਖਾ
ਭਾਈ ਸੁਖਾ ਸਿੰਘ ਕਹਿਣ ਲੱਗੇ ਕਰਮਿਆ ਹੁਣ ਮੇਰੀ ਵਾਰੀ ਹੈ। ਉਸੇ ਵਕਤ ਉਹਨਾਂ ਨੇ ਆਪਣੀ ਤਲਵਾਰ ਦਾ ਵਾਰ ਕੀਤਾ ਹੈ। ਕਰਮਾ ਦੋਥਾ ਕੀਨੋ ਸਾਈ ਮਾਰ ਕੇ ਤਲਵਾਰ ਉਹ ਕਰਮਾਂ ਦੁਸ਼ਟ ਜਿਹਨੇ ਅਨੇਕਾਂ ਸਿੰਘ ਸ਼ਹੀਦ ਕੀਤੇ ਸਨ, ਉਸ ਪਾਪੀ ਦਾ ਭੋਗ ਪਾ ਦਿੱਤਾ, ਉਹਦੇ ਦੋ ਟੋਟੇ ਕਰ ਦਿੱਤੇ ਕਰਮੇ ਦੇ ਭਾਈ ਸੁਖਾ ਸਿੰਘ ਨੇ। ਐਸੀ ਭਾਂਤ ਸੋ ਕਰਮਾ ਮਾਰਾ ਇਸ ਪ੍ਰਕਾਰ ਗੁਰੂ ਖਾਲਸੇ ਨੇ ਕਰਮਾ ਪਾਪੀ ਮਾਰ ਦਿੱਤਾ ਹੈ। ਸੁਖਾ ਸਿੰਘ ਸੁਨੋ ਅਖਾਰਾ ਇਸ ਤਰ੍ਹਾਂ ਭਾਈ ਸੁਖਾ ਸਿੰਘ ਦਾ ਹੋਰ ਜੰਗ ਵੀ ਸੁਣੋ। ਜਿੱਥੇ ਤੁਸੀਂ ਬਹਾਦਰੀ ਪਿੱਛੇ ਸੁਣੀ ਭਾਈ ਸੁਖਾ ਸਿੰਘ ਦੀ, ਤੁਹਾਨੂੰ ਹੋਰ ਵੀ ਉਹਦੀ ਕਥਾ ਸੁਣਾਉਂਦਾ ਹਾਂ। ਅਬ ਤੁਰਕਨ ਪਾਇਓ ਥੋ ਜੋਰਾ ਸਾਧ ਸੰਗਤ ਜੀ, ਜਦੋਂ ਤੁਰਕਾਂ ਨੇ ਆਪਣਾ ਚਾਰ ਚੁਫੇਰੇ ਜ਼ੋਰ ਪਾ ਦਿੱਤਾ ਕਿ ਥਾਂ ਥਾਂ ਤੇ ਜਿੱਥੇ ਵੀ ਸਿੰਘ ਨਜ਼ਰ ਆਏ ਕਤਲ ਕਰ ਦਿਓ, ਤੇਤਨਾ ਨਹਾਵਤ ਅੰਮ੍ਰਿਤਸਰ ਮੋਰਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਤੁਰਕ ਸਿੰਘਾਂ ਨੂੰ ਇਸ਼ਨਾਨ ਨਹੀਂ ਕਰਨ ਦਿੰਦੇ। ਆਨ ਫੌਜ ਤੁਰਕਨ ਬੋ ਰਹੇ ਤੁਰਕਾਂ ਦੀ ਬਹੁਤ ਭਾਰੀ ਫੌਜ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਈ। ਗੁਰੂ ਕੀ ਨਗਰੀ ਨੂੰ, ਸਰੋਵਰ ਨੂੰ, ਹਰਿਮੰਦਰ ਸਾਹਿਬ ਨੂੰ ਆ ਕੇ ਚਾਰ ਚਫੇਰੇ ਤੋਂ ਘੇਰਾ ਪਾ ਦਿੱਤਾ ਹੈ। ਮੇਲੋ ਕਰਨ ਖਾਲਸਾ ਚਹੇ ਖਾਲਸਾ ਮੇਲਾ ਕਰਨਾ ਚਾਹੁੰਦਾ ਸੀ ਕਿ ਦੀਵਾਲੀ ਦਾ ਮੇਲਾ ਸਜਾਇਆ ਜਾਏ, ਵਿਸਾਖੀ ਦਾ ਮੇਲਾ ਸਜਾਇਆ ਜਾਏ, ਤੇ ਤੁਰਕ ਸਿੰਘਾਂ ਨੂੰ ਉੱਥੇ ਮੇਲਾ ਨਹੀਂ ਸੀ ਮਨਾਉਣ ਦਿੰਦੇ। ਦੋਹਰਾ ਮਨੀ ਸਿੰਘ ਜਬ ਤੇ ਫੜਿਓ ਫਿਰ ਸਿੰਘ ਟੁਕਨ ਨਾ ਪਾਹੇ ਜਦੋਂ ਦੇ ਤੁਰਕਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕੀਤਾ ਹੈ, ਉਸ ਦਿਨ ਤੋਂ ਬਾਅਦ ਕੋਈ ਵੀ ਜਿਹੜਾ ਸਿੰਘ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਢੁਕ ਨਹੀਂ ਸੀ ਸਕਿਆ। ਇੰਨੇ ਸਖਤ ਪਹਿਰੇ ਲਾ ਦਿੱਤੇ ਸਨ ਵੈਰੀਆਂ ਨੇ ਕਿ ਸਿੰਘ ਅੰਮ੍ਰਿਤਸਰ ਸਾਹਿਬ ਪਹੁੰਚ ਨਹੀਂ ਸਨ ਸਕਦੇ। ਰਾਤੀ ਸਿੰਘ ਮੱਜਨ ਕਰੈ ਹਨੇਰ ਸਵੇਰੇ ਜਾਏ ਗੁਰੂ ਕਾ ਖਾਲਸਾ ਉਹਨਾਂ ਨੇ ਤਰੀਕਾ ਵਰਤ ਲਿਆ ਵੀ ਜਦੋਂ ਹਨੇਰੀ ਰਾਤ ਹੋਣੀ, ਕੁੱਪ ਹਨੇਰੀ ਰਾਤ ਹੋਣੀ, ਤੇ ਰਾਤ ਨੂੰ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਇਸ਼ਨਾਨ ਕਰ ਲੈਣਾ, ਜਾਂ ਹਨੇਰ ਸਵੇਰ ਜਦੋਂ ਵੀ ਮੌਕਾ ਮਿਲਣਾ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਨੂੰ ਨਮਸਕਾਰ ਕਰਨੀ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਉਹ ਕਾ ਜੀ ਨੇ ਫਿਰ ਕਹਿਓ ਇਹ ਅੰਮ੍ਰਿਤਸਰ ਪ੍ਰਤਾਪ ਇੱਕ ਦਿਨ ਸਭਾ ਸਜੀ ਜ਼ਕਰੀਆ ਖਾਨ ਦੀ। ਜ਼ਕਰੀਆ ਖਾਨ ਇਹ ਗੱਲ ਕਹਿਣ ਲੱਗਾ, ਬੜੇ ਸਿੰਘ ਮਾਰੇ ਨੇ, ਪਰ ਪਤਾ ਨਹੀਂ ਇਹ ਕਿੱਥੋਂ ਫੇਰ ਆ ਜਾਂਦੇ ਨੇ। ਸਿੰਘਾਂ ਨੂੰ ਮਾਰ ਮਾਰ ਕੇ ਮੈਂ ਥੱਕ ਗਿਆ, ਪਰ ਇਹ ਫਿਰ ਜਿਉਂਦੇ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਕਾਜੀ ਜਿਹੜੇ ਸਨ ਉਹ ਕਹਿਣ ਲੱਗੇ ਜ਼ਕਰੀਆ ਖਾਨ ਨੂੰ, ਇਹ ਅੰਮ੍ਰਿਤਸਰ ਪ੍ਰਤਾਪ, ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਪ੍ਰਤਾਪ ਹੈ। ਨਾਮ ਹੀ ਅੰਮ੍ਰਿਤਸਰ ਹੈ ਨਾ, ਅੰਮ੍ਰਿਤਸਰ ਸਰੋਵਰ ਨੂੰ ਕਹਿੰਦੇ, ਅੰਮ੍ਰਿਤ ਦਾ ਸਰੋਵਰ। ਇਹ ਉਹ ਸਾਰਾ ਪ੍ਰਤਾਪ ਉਸ ਸਰੋਵਰ ਦਾ। ਇਹਨਾਂ ਦੇ ਗੁਰੂ ਨੇ, ਇਹਨਾਂ ਦੇ ਵਲੀ ਨੇ ਇਹਨਾਂ ਨੂੰ ਆਬੇ ਹਯਾਤ ਦਿੱਤਾ ਆ, ਅੰਮ੍ਰਿਤ ਦਾ ਕੁੰਡ ਬਖਸ਼ਿਸ਼ ਕੀਤਾ ਹੈ। ਉਹਦੇ ਵਿੱਚ ਇਸ਼ਨਾਨ ਕਰਕੇ ਜੀਵਤ ਹੋ ਜਾਂਦੇ ਨੇ, ਸਦਾ ਵਾਸਤੇ ਅਮਰ ਹੋ ਜਾਂਦੇ ਹਨ। ਕੇ ਮਾਰ ਕੋ ਜਤਨ ਸੋ ਹੋਤ ਨਾ ਸਿੰਘਨ ਖਾਪ ਇਸੇ ਕਰਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਨੇ ਤੇ ਅਮਰ ਹੋ ਜਾਂਦੇ ਨੇ। ਅਸੀਂ ਇਹਨਾਂ ਨੂੰ ਮਾਰ ਮਾਰ ਕੇ ਥੱਕ ਗਏ ਆ, ਤੇ ਇਹ ਸਿੰਘਾਂ ਦਾ ਸਾਡੇ ਕੋਲੋਂ ਨਾਸ਼ ਨਹੀਂ ਹੁੰਦਾ। ਇੱਕ ਮਾਰਦਿਆਂ 10 ਹੋਰ ਪੈਦਾ ਹੋ ਜਾਂਦੇ ਹਨ। ਜੋ ਪਈ ਤੋ ਮੁਗਲਨ ਨੇ ਚੌਂਕੀ ਬਹਾਲੀ ਇਸ ਤਰ੍ਹਾਂ ਜਦੋਂ ਬਚਨ ਜ਼ਕਰੀਆ ਖਾਨ ਨੇ ਸੁਣੇ, ਉਹਨਾਂ ਨੇ ਉੱਥੇ ਚੌਂਕੀ ਬਿਠਾ ਦਿੱਤੀ, ਪੱਕਾ ਹੀ ਥਾਣਾ ਬਣਾ ਦਿੱਤਾ ਅੰਮ੍ਰਿਤਸਰ ਸਾਹਿਬ। ਰਾਤੀ ਬਹਿਣ ਕਹੈ ਰਖਵਾਲੀ ਹੁਣ ਰਾਤ ਦੇ ਸਮੇਂ ਵੀ ਬਹਿ ਕੇ ਸਰੋਵਰ ਦੀ ਰਖਵਾਲੀ ਤੁਰਕ ਕਰਦੇ ਹਨ ਵੀ ਕੋਈ ਸਿੰਘ ਇੱਥੇ ਆ ਕੇ ਇਸ਼ਨਾਨ ਨਾ ਕਰ ਸਕੇ। ਇੰਨੀ ਗੱਲ ਤਾਂ ਤੁਰਕਾਂ ਨੂੰ ਸਮਝ ਆ ਗਈ ਸੀ, ਜਿਹੜੀ ਗੱਲ ਅੱਜ ਦੇ ਸਾਡੇ ਅਖੌਤੀ ਪ੍ਰਚਾਰਕਾਂ ਨੂੰ ਸਮਝ ਨਹੀਂ ਆਈ। ਇੰਨੀ ਗੱਲ ਤੁਰਕ ਸਮਝ ਗਏ ਸਨ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਇਹ ਅਮਰ ਹੋ ਜਾਂਦੇ ਨੇ, ਜਿਹੜੀ ਗੱਲ ਅੱਜ ਸਾਡੇ ਸਿੱਖਾਂ ਦੇ ਭੇਜੇ ਵਿੱਚ ਨਹੀਂ ਵੜਦੀ ਪਈ। ਤੇ ਉਹ ਹਰ ਵਕਤ ਨਿੰਦਿਆ, ਸਰੋਵਰਾਂ ਦੀ ਨਿੰਦਿਆ, ਹਰਿਮੰਦਰ ਸਾਹਿਬ ਦੀ ਨਿੰਦਿਆ। ਕਾਰਨ ਇਹੀ ਹੈ ਵੀ ਉਹ ਤਰੀਕਾ ਅਪਣਾਇਆ ਗੌਰਮੈਂਟ ਨੇ, ਉਹ ਸਾਡੇ ਵਿੱਚ ਸਰਕਾਰੀ ਪ੍ਰਚਾਰਕ ਬਿਠਾ ਦਿੱਤੇ। ਪਹਿਲਾਂ ਕਦੀ ਉਹਨਾਂ ਨੇ ਸਰੋਵਰ ਪੂਰ ਦਿੱਤਾ, ਅਬਦਾਲੀ ਵਰਗਿਆਂ ਨੇ ਹਰਿਮੰਦਰ ਸਾਹਿਬ ਦੀਆਂ ਨੀਹਾਂ 'ਚ ਬਰੂਦ ਭਰ ਕੇ ਉਡਾ ਦਿੱਤਾ, ਕਦੇ ਅਕਾਲ ਤਖਤ ਸਾਹਿਬ ਢਾਹ ਦਿੱਤਾ, ਸਰੋਵਰ ਮਿੱਟੀ ਨਾਲ ਪੂਰ ਦਿੱਤਾ। ਖੇਤੀ ਵੀ ਕੀਤੀ ਤੁਰਕਾਂ ਨੇ, ਇਹੋ ਜਿਹੇ ਕੰਮ ਵੀ ਕੀਤੇ ਉਹਨਾਂ ਨੇ। ਪਰ ਖਾਲਸਾ ਸਦਾ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸ਼ਹਾਦਤ ਦਿੰਦਾ ਆਇਆ, ਤੇ ਅੱਜ ਗੁਰੂ ਕਾ ਸਥਾਨ ਉਸੇ ਪ੍ਰਕਾਰ ਚੜ੍ਹਦੀ ਕਲਾ ਵਿੱਚ ਤੇ ਜੁਗੋ ਜੁਗ ਅਟਲ ਹੈ।
ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਅਵਚਲ ਨਗਰ ਹੈ, ਇਹਨੂੰ ਨਹੀਂ ਕੋਈ ਖਤਮ ਕਰ ਸਕਦਾ, ਇਹਨੂੰ ਖਤਮ ਕਰਨ ਵਾਲੇ ਖਤਮ ਹੋ ਗਏ। ਹੁਣ ਉਹਨਾਂ ਨੇ ਉਹ ਤਰੀਕਾ ਅਪਣਾ ਲਿਆ ਵੀ ਸਿੱਖਾਂ ਦੇ ਦਿਮਾਗ ਵਿੱਚ ਇਹ ਗੱਲਾਂ ਭਰ ਦਿਓ। ਸਟੇਜਾਂ ਤੇ ਬਹਿ ਕੇ ਟਾਰਾਂ ਮਾਰੀ ਜਾਣਗੇ ਵੀ ਉੱਥੇ ਜਾ ਕੇ ਕੀ ਮਿਲਦਾ, ਨਹਾ ਕੇ ਕੁਛ ਨਹੀਂ ਮਿਲਣਾ। ਜੇ ਤਾਂ ਤੁਹਾਨੂੰ ਪ੍ਰਚਾਰਕਾਂ ਤੇ ਭਰੋਸਾ ਹੈ, ਅਖੌਤੀ ਪ੍ਰਚਾਰਕਾਂ ਤੇ ਜਿਹੜੇ ਹਰਿਮੰਦਰ ਸਾਹਿਬ ਦੀ ਨਿੰਦਿਆ ਕਰਦੇ ਨੇ, ਇਹਦਾ ਭਾਵ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਕਰਦੇ। ਰਾਮਦਾਸ ਸਰੋਵਰ ਨਹਾਵੈ, ਜਿਹੜਾ ਉਸ ਸਰੋਵਰ ਵਿੱਚ ਇਸ਼ਨਾਨ ਕਰਦਾ ਸੋ ਜਨ ਪਰਮਗਤ ਪਾਵੈ, ਉਹ ਪਰਮਗਤੀ ਦੀ ਪ੍ਰਾਪਤੀ ਕਰ ਲੈਂਦਾ। ਐਵੇਂ ਨਹੀਂ ਸਤਿਗੁਰੂ ਜੀ ਨੇ ਫਰਮਾਨ ਕੀਤਾ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਇਹ ਬਚਨ ਉਚਾਰਨ ਤਾਂ ਹੀ ਕੀਤੇ ਸਨ ਵੀ ਸਾਰੇ ਦੁਨੀਆ ਦੇ ਸਥਾਨ ਵੇਖ ਲਏ, ਜਿਹੋ ਜਿਹਾ ਥਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦਾ ਇਹੋ ਜਿਹਾ ਥਾਂ ਦੁਨੀਆ ਵਿੱਚ ਹੋਰ ਕੋਈ ਹੈ ਹੀ ਨਹੀਂ। ਸੋ ਇਸ ਕਰਕੇ ਦਾਸ ਦਾ ਕਹਿਣ ਤੋਂ ਭਾਵ ਵੀ ਜਿਹੜੀ ਗੱਲ ਤੁਰਕਾਂ ਦੇ ਪੱਲੇ ਪੈ ਗਈ ਨਾ, ਤੁਰਕਾਂ ਨੂੰ ਸਮਝ ਆ ਗਈ, ਉਹ ਸਾਡੇ ਭੇਜੇ ਵਿੱਚ ਨਹੀਂ ਵੜਦੀ ਪਈ। ਅੱਜ ਦੇ ਸਮੇਂ ਵਿੱਚ ਤੁਰਕ ਸਮਝ ਗਏ ਕਿ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਕੇ ਸਿੰਘ ਅਮਰ ਹੋ ਜਾਂਦੇ ਨੇ। ਉਹਨਾਂ ਨੇ ਉੱਥੇ ਜਾ ਕੇ ਚੌਂਕੀ ਬਿਠਾ ਦਿੱਤੀ, ਰਾਤ ਨੂੰ ਬਹਿ ਕੇ ਰਖਵਾਲੀ ਕਰਦੇ ਹਨ। ਫਿਰ ਤੁਰਕਾਂ ਨੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ ਚਫੇਰੇ ਬੁਰਜ ਬਣਾ ਦਿੱਤੇ ਹਨ। ਉਹਨਾਂ ਉੱਚੇ ਬੁਰਜਾਂ ਦੇ ਵਿੱਚ ਉਹਨਾਂ ਨੇ ਬੰਦੂਕਚੀ ਬਿਠਾ ਦਿੱਤੇ। ਤੇ ਤੁਰਕ ਕਹਿੰਦੇ ਵੀ ਜਦੋਂ ਰਾਤ ਦਾ ਸਮਾਂ ਕਿਤੇ ਅੰਮ੍ਰਿਤ ਹਿੱਲੇ ਨਾ, ਜਿੱਥੇ ਰਾਤ ਨੂੰ ਜਦੋਂ ਕੋਈ ਸਿੰਘ ਆ ਕੇ ਇਸ਼ਨਾਨ ਕਰੇਗਾ ਤੇ ਸੁਭਾਵਕ ਹੈ ਵੀ ਅੰਮ੍ਰਿਤ ਹਿੱਲੇਗਾ, ਜਲ ਵਿੱਚੋਂ ਹਿੱਲੇਗਾ। ਤੇ ਜਦੋਂ ਰਾਤ ਦੇ ਸਮੇਂ ਕੋਈ ਹਲਚਲ ਹੋਵੇਗੀ, ਅੰਮ੍ਰਿਤ ਹਿੱਲਣ ਦਾ ਖੜਾਕ ਹੋਵੇਗਾ। ਤੇ ਤੁਸੀਂ ਇਸ ਤਰ੍ਹਾਂ ਉੱਤੋਂ ਬੰਦੂਕ ਚਲਾ ਦੇਣੀ, ਗੋਲੀ ਚਲਾ ਦੇਣੀ ਤੇ ਸਿੰਘ ਸ਼ਹੀਦ ਕਰ ਦੇਣੇ ਹਨ। ਸਿੰਘਾਂ ਨੇ ਫਿਰ ਤਰੀਕਾ ਵਰਤ ਲਿਆ ਵੀ ਸਿੰਘ ਰਾਤ ਨੂੰ ਆਇਆ ਕਰਨ ਤੇ ਹੌਲੀ ਜੀ ਸਰੋਵਰ ਵਿੱਚ ਵੜ ਕੇ ਤੇ ਇਸ਼ਨਾਨ ਕਰ ਲੈਂਦੇ ਹਨ। ਇਸ ਤਰ੍ਹਾਂ ਤੁਰਕਾਂ ਦੀਆਂ ਅੱਖਾਂ ਵਿੱਚ ਸਿੰਘਾਂ ਨੇ ਘੱਟਾ ਪਾਈ ਰੱਖਿਆ ਹੈ। ਕਾਜੀ ਫਿਰ ਗੁੱਸਾ ਹੋ ਗਿਆ, ਇਹ ਹਲੇ ਵੀ ਨਹੀਂ ਟਲਦੇ ਇਸ਼ਨਾਨ ਕਰਨ ਤੋਂ, ਤੇ ਗੁੱਸੇ ਦੇ ਵਿੱਚ ਆ ਕੇ ਫਿਰ ਉਹਨੇ ਨਵੀਂ ਵਿਉਂਤ ਬਣਾ ਲਈ। ਬਹੁਤ ਸਾਰੀਆਂ ਫੌਜਾਂ ਲਾਹੌਰ ਤੋਂ ਭੇਜ ਕੇ ਤੇ ਅੰਮ੍ਰਿਤ ਸਰੋਵਰ ਦੇ ਚਾਰ ਚਫੇਰੇ ਫੌਜਾਂ ਦਾ ਡੇਰਾ ਕਰਾ ਦਿੱਤਾ। ਜਿਹੜਾ ਹੁਣ ਫੌਜਦਾਰ ਸੀ, ਕਮਾਂਡੋ ਸੀ, ਫੌਜ ਦਾ ਸੈਨਾਪਤੀ ਸੀ, ਉਹਨੇ ਹਿਰਦੇ ਵਿੱਚ ਬੜਾ ਗਰਭ ਹੰਕਾਰ ਕੀਤਾ ਹੈ। ਜਦੋਂ ਉਹਨੇ ਵੇਖਿਆ ਨਾ ਵੀ ਸਿੰਘ ਆ ਕੇ ਇੱਥੇ ਹੁਣ ਇਸ਼ਨਾਨ ਨਹੀਂ ਕਰਦੇ, ਦਾਤਾ ਸਿੰਘ ਉਦੋਂ ਵੀ ਮਾਰਦੇ ਸਨ ਪਰ ਪਤਾ ਨਹੀਂ ਸੀ ਲੱਗਣ ਦਿੰਦੇ। ਜਦੋਂ ਬਹੁਤੀਆਂ ਫੌਜਾਂ ਆ ਕੇ ਬਹਿ ਗਈਆਂ, ਪਹਿਰਾ ਜ਼ਿਆਦਾ ਸਖਤ ਹੋ ਗਿਆ ਤੇ ਹੰਕਾਰ ਦੇ ਵਿੱਚ ਆ ਕੇ ਨਾ ਸੈਨਾਪਤੀ ਨੇ ਚਿੱਠੀ ਲਿਖ ਮਾਰੀ ਖਾਲਸੇ ਨੂੰ, ਚਿੱਠੀ ਲਿਖ ਕੇ ਭੇਜ ਦਿੱਤੀ ਹੈ। ਤੁਮ ਸਿੰਘ ਕਹਾਵੋ ਸੂਰਬਟ, ਉਹ ਕਹਾਵੋ ਗੁਰੂ ਕੇ ਲਾਲ। ਸੈਨਾਪਤੀ ਕਹਿਣ ਲੱਗਾ ਵੀ ਤੁਸੀਂ ਆਪਣੇ ਆਪ ਨੂੰ ਸਿੰਘ ਕਹਾਉਂਦੇ ਹੋ, ਸ਼ੇਰ ਕਹਾਉਂਦੇ ਹੋ, ਵੀ ਤੁਸੀਂ ਬੜੇ ਦਲੇਰ ਹੋ, ਸੂਰਮੇ ਵੀ ਕਹਾਉਂਦੇ ਹੋ। ਉਹ ਕਹਾਵੋ ਗੁਰੂ ਕੇ ਲਾਲ, ਤੇ ਗੁਰੂ ਦੇ ਲਾਲ ਪੁੱਤਰ ਵੀ ਕਹਾਉਂਦੇ ਹੋ ਵੀ ਤੁਸੀਂ ਗੁਰੂ ਨਾਲ ਬੜਾ ਪਿਆਰ ਕਰਨ ਵਾਲੇ ਹੋ। ਮੈਂ ਤੁਹਾਨੂੰ ਤਾਂ ਸੂਰਮਾ ਜਾਣਾਂਗਾ ਜੇ ਤੁਸੀਂ ਆ ਕੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਹੁਣ ਇਸ਼ਨਾਨ ਕਰੋ, ਫਿਰ ਤੁਹਾਨੂੰ ਸੂਰਮਾ ਸਮਝਾਂਗਾ। ਪਹਿਲਾਂ ਜਿਹੜਾ ਇਸ਼ਨਾਨ ਕਰਕੇ ਕਰ ਗਏ, ਪਰ ਜੇ ਹਿੰਮਤ ਹੈ ਤੇ ਹੁਣ ਆ ਕੇ ਇਸ਼ਨਾਨ ਕਰਕੇ ਵਿਖਾਵੋ। ਇਹ ਚਿੱਠੀ ਜਦੋਂ ਖਾਲਸੇ ਨੇ ਪੜ੍ਹੀ ਤੇ ਸਾਰਾ ਖਾਲਸਾ ਪਹਿਲਾਂ ਚੁੱਪ ਹੋ ਗਿਆ ਹੈ। ਕਿਸੇ ਨੇ ਇਸ ਚਿੱਠੀ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਇੱਕ ਤਾਂ ਗਿਣਤੀ ਥੋੜੀ ਸੀ ਸਿੰਘਾਂ ਦੀ। ਹੁਣ ਇੰਨੇ ਸਖਤ ਪਹਿਰੇ ਵਿੱਚ ਇਸ਼ਨਾਨ ਕਰਨਾ ਵੀ ਬਹੁਤ ਜ਼ਿਆਦਾ ਔਖਾ ਸੀਗਾ। ਇਸ ਕਰਕੇ ਸਾਰਾ ਖਾਲਸਾ ਜਿਹੜਾ ਉਹ ਚੁੱਪ ਹੋ ਗਿਆ, ਖਾਮੋਸ਼ ਹੋ ਗਿਆ ਹੈ। ਭਰੀ ਸਭਾ ਵਿੱਚ ਭਾਈ ਸੁੱਖਾ ਸਿੰਘ ਨੇ ਖਾਲਸੇ ਨੂੰ ਇਹ ਬਚਨ ਸੁਣਾਇਆ ਹੈ। ਚਿੱਠੀ ਲਿਖ ਕੇ ਭੇਜੀ, ਆਖਿਆ ਖਾਲਸਾ ਜੀ ਚਿੱਠੀ ਲਿਖ ਕੇ ਭੇਜੋ, ਜਵਾਬ ਦਿਓ ਤੁਰਕਾਂ ਨੂੰ। ਜਵਾਬ ਕੀ ਦਿੱਤਾ ਚਿੱਠੀ ਵਿੱਚ? ਹੇ ਤੁਰਕੋ ਤਕੜੇ ਹੋ ਜਾਓ, ਹੁਣ ਖਾਲਸਾ ਇਸ਼ਨਾਨ ਕਰਨ ਵਾਸਤੇ ਆ ਰਿਹਾ ਹੈ। ਜਿਹੜਾ ਜਸੂਸ ਆਇਆ ਸੀ, ਮੁਖਬਰ ਆਇਆ ਸੀ, ਉਹਨੇ ਜਾ ਕੇ ਤੁਰਕਾਂ ਨੂੰ ਇਹ ਮੁਖਬਰੀ ਕਰ ਦਿੱਤੀ ਹੈ।
ਚਿੰਤਾ ਪਈ ਕਿ ਸੁਖਾ ਸਿੰਘ ਕਹਿੰਦਾ ਵੀ ਮੈਂ ਆ ਕੇ ਇਸ਼ਨਾਨ ਕਰਕੇ ਵਿਖਾਵਾਂਗਾ ਤੁਹਾਨੂੰ। ਇਹ ਖਬਰ ਸੁਣਦਿਆਂ ਸਾਰ ਤੁਰਕਾਂ ਨੂੰ ਫਿਰ ਚਿੰਤਾ ਪੈ ਗਈ ਵੀ ਹੁਣ ਤਾਂ ਸਾਡੀ ਫਿਰ ਹੇਠੀ ਹੋ ਜਾਣੀ ਹੈ। ਉੱਚੇ ਟਾਂਗੂ ਦੀਏ ਚੜਾਏ ਜਿਹੜੇ ਟਾਂਗੂ ਸਨ, ਟਾਂਗੂ ਉਹਨਾਂ ਸਮਿਆਂ ਵਿੱਚ ਉਹਨਾਂ ਨੂੰ ਕਹਿੰਦੇ ਸਨ ਵੀ ਜਿਹੜੇ ਉੱਚੇ ਦਰਖਤਾਂ ਤੇ ਬਹਿ ਕੇ ਤੇ ਦੂਰ ਦੂਰ ਤੱਕ ਨਿਗਾਹ ਮਾਰ ਕੇ ਵੇਖਦੇ ਸਨ ਵੀ ਕੋਈ ਆਉਂਦਾ ਤਾਂ ਨਹੀਂ, ਵੀ ਦੂਰੋਂ ਕੋਈ ਰਾਹਗੀਰ ਤੁਰਿਆ ਆਉਂਦਾ, ਉਹਨਾਂ ਨੂੰ ਟਾਂਗੂ ਕਹਿੰਦੇ ਸਨ। ਇਸ ਤਰ੍ਹਾਂ ਜਿਹੜੇ ਟਾਂਗੂ ਸਨ ਉਹਨਾਂ ਨੂੰ ਉੱਚੇ ਦਰਖਤਾਂ ਤੇ ਬੁਰਜਾਂ ਤੇ ਬਿਠਾ ਦਿੱਤਾ ਵੀ ਦੂਰ ਦੂਰ ਤੱਕ ਨਿਗਾਹ ਮਾਰਨੀ ਹੈ, ਵੇਖੋ ਕਿਤੇ ਕੋਈ ਸਿੰਘ ਤਾਂ ਨਹੀਂ ਆਉਂਦਾ। ਮਤ ਇਹਾਂ ਸਿੰਘ ਪੜੈਂਗੇ ਆਏ ਧਿਆਨ ਰੱਖਣਾ ਵੀ ਮਤਾ ਕਿਤੇ ਸਿੰਘ ਇੱਥੇ ਆ ਕੇ ਤੇ ਇਸ਼ਨਾਨ ਨਾ ਕਰ ਜਾਣ। ਬਹੁਤ ਕਹੈ ਇਹਾਂ ਆਵੇ ਕੌਣ ਬਹੁਤੀ ਫੌਜ ਤਾਂ ਇਹੀ ਗੱਲ ਕਹਿੰਦੀ ਆ ਵੀ ਇੱਥੇ ਕਿਹਨੇ ਆਉਣਾ ਹੈ। ਇਹਾਂ ਆਵਣ ਕਿਆ ਆਵਾ ਗੌਣ ਇੱਥੇ ਆਉਣਾ ਤਾਂ ਬੜਾ ਔਖਾ ਹੈ, ਆਉਣਾ ਜਾਣਾ ਸੰਭਵ ਹੀ ਨਹੀਂ। ਇੰਨੀਆਂ ਫੌਜਾਂ ਬੁਰਜਾਂ ਤੇ ਬੰਦੂਕਚੀ ਬੈਠੇ ਨੇ, ਹਰ ਪਾਸੇ ਸਖਤ ਪਹਿਰਾ ਹੈ, ਦਿਨੇ ਰਾਤ ਕੋਈ ਆਪਣੀ ਨਿਗਾਹ ਵੀ ਇੱਥੇ ਝਪਕਦਾ ਨਹੀਂ। ਇੱਥੇ ਤਾਂ ਆਉਣਾ ਜਾਣਾ ਅਸੰਭਵ ਹੈ। ਇਹ ਕਿੱਦਾਂ ਹੋ ਸਕਦਾ ਵੀ ਕੋਈ ਇੱਥੇ ਆ ਕੇ ਇਸ਼ਨਾਨ ਕਰ ਲਵੇ। ਇਹਾਂ ਰਾਤ ਕੋ ਟੁਕਨ ਨਾ ਪਾਵੇ ਇੱਥੇ ਤਾਂ ਰਾਤ ਕੋਈ ਨੇੜੇ ਟੁਕ ਨਹੀਂ ਸਕਦਾ। ਪੰਛੀ ਨੀਰ ਦੇ ਪੀਣ ਨਾ ਖਾਵੇ ਤੇ ਦਿਨ ਦੇ ਸਮੇਂ ਅਸੀਂ ਇੱਥੇ ਪੰਛੀਆਂ ਨੂੰ ਵੀ ਜਲ ਨਹੀਂ ਛਕਣ ਦਿੰਦੇ, ਤੇ ਸਿੰਘ ਕਿੱਥੋਂ ਆ ਕੇ ਇਸ਼ਨਾਨ ਕਰ ਲੈਣਗੇ। ਭਾਵ ਕਿ ਅਸੀਂ ਤਾਂ ਪੰਛੀਆਂ ਨੂੰ ਵੀ ਪਰ ਨਹੀਂ ਮਾਰਨ ਦਿੰਦੇ, ਤੇ ਸਿੰਘਾਂ ਦਾ ਆ ਕੇ ਇਸ਼ਨਾਨ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਦੋਹਰਾ ਆਗੇ ਤੇ ਉਨ 10 ਗੁਣੀ ਕਈ ਟਕਰਾਈ ਤਿੱਤ ਜਦੋਂ ਭਾਈ ਸੁਖਾ ਸਿੰਘ ਨੇ ਗੱਲ ਕੀਤੀ ਵੀ ਹੁਣ ਖਾਲਸਾ ਆਵੇਗਾ ਤੇ ਤਕੜੇ ਹੋ ਜਾਓ, ਇਹ ਖਬਰ ਸੁਣਦਿਆਂ ਸਾਰ ਤੁਰਕਾਂ ਨੇ ਅੱਗੇ ਨਾਲੋਂ 10 ਗੁਣਾ ਜ਼ਿਆਦੀ ਉਥੇ ਤਕੜਾਈ ਕਰ ਦਿੱਤੀ, ਸਖਤ ਪਹਿਰੇ ਲਾ ਦਿੱਤੇ ਹਨ। ਸੁਣੋ ਸੋ ਆਵਤ ਸਿੰਘ ਕੋ ਆਇਓ ਥੋ ਤਪ ਜਿਤ ਹਾਂਜੀ, ਸੁਣੋ ਸੋ ਆਵਤ ਸਿੰਘ ਕੋ ਆਇਓ ਥੋ ਢੱਬ ਜਿਤ ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ ਖਾਲਸਾ ਜੀ, ਜਿਸ ਤਰੀਕੇ ਨਾਲ ਭਾਈ ਸੁਖਾ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਤੇ ਆ ਕੇ ਸਰੋਵਰ ਵਿੱਚ ਉਹਨਾਂ ਇਸ਼ਨਾਨ ਕੀਤਾ ਹੈ। ਸੁਖਾ ਸਿੰਘ ਕਾਦਿਓ ਕਹਿਓ ਰਾਤ ਨਹਾਉ ਤਬ ਚੋਰ ਭਾਈ ਸੁਖਾ ਸਿੰਘ ਜੀ ਖਾਲਸੇ ਨੂੰ ਕਹਿਣ ਲੱਗੇ ਵੀ ਜੇ ਰਾਤ ਦੇ ਸਮੇਂ ਜਾ ਕੇ ਇਸ਼ਨਾਨ ਕਰਾਂਗਾ ਤੇ ਤੁਰਕਾਂ ਨੇ ਕਹਿਣੇ ਵੀ ਇਹ ਚੋਰ ਹੈ, ਵੀ ਰਾਤ ਨੂੰ ਆ ਕੇ ਇਸ਼ਨਾਨ ਕਰਕੇ ਗਿਆ ਹੈ। ਨਹਾਉ ਦੋ ਮੈਂ ਦਿਲ ਵਿਖੇ ਸ੍ਰੀ ਸਤਿਗੁਰ ਕੇ ਜੋਰ ਰਾਤ ਵੇਲੇ ਜਾ ਕੇ ਇਸ਼ਨਾਨ ਕਰਨਾ ਤਾਂ ਚੋਰਾਂ ਵਾਲੀ ਗੱਲ ਹੈ ਨਾ, ਵੀ ਲੁੱਕ ਛਿਪ ਕੇ ਇਸ਼ਨਾਨ ਕਰਨਾ। ਮੈਂ ਸਤਿਗੁਰੂ ਕਲਗੀਧਰ ਜੀ ਦੇ ਜੋਰ ਪ੍ਰਤਾਪ ਤੇ ਸਦਕਾ ਦਿਨ ਵੇਲੇ ਜਾ ਕੇ ਇਸ਼ਨਾਨ ਕਰਾਂਗਾ, ਰਾਤ ਨਹੀਂ ਜਾਵਾਂਗਾ, ਦਿਨੇ ਸਾਰਿਆਂ ਦੇ ਸਾਹਮਣੇ ਇਸ਼ਨਾਨ ਕਰਾਂਗਾ। ਚੌਪਈ ਤਬੈ ਖਾਲਸੇ ਭਲੀ ਮਨਾਈ ਇਸ ਤਰ੍ਹਾਂ ਜਦੋਂ ਭਾਈ ਸੁਖਾ ਸਿੰਘ ਜੀ ਇਸ਼ਨਾਨ ਕਰਨ ਵਾਸਤੇ ਤਿਆਰ ਹੋ ਗਏ, ਸਮੂਹ ਖਾਲਸੇ ਨੇ ਇਸ ਗੱਲ ਨੂੰ ਭਲਾ ਮਨਾਇਆ ਹੈ। ਸਤਿਗੁਰ ਪੈਜ ਰਖੇ ਤੋ ਭਾਈ ਖਾਲਸੇ ਨੇ ਹੁਕਮ ਕੀਤਾ, ਹੈ ਭਾਈ ਸੁਖਾ ਸਿੰਘ ਸਤਿਗੁਰੂ ਤੇਰੀ ਲਾਜ ਰੱਖੇ, ਤੇਰੀ ਪੈਜ ਰੱਖੇ, ਜਿਸ ਕਾਰਜ ਨੂੰ ਕਰਨ ਵਾਸਤੇ ਚੱਲਿਆ ਹੈ ਤੇਰਾ ਕਾਰਜ ਸਫਲਾ ਹੋ ਜਾਵੇ। ਯਹ ਹੈ ਸਿਰੋਂ ਪਰੇ ਕੀ ਬਾਤ ਖਾਲਸਾ ਕਹਿੰਦਾ ਭਾਈ ਸੁਖਾ ਸਿੰਘ ਇਹ ਗੱਲ ਸਿਰ ਤੋਂ ਪਰੇ ਦੀ ਗੱਲ ਹੈ। ਕੌਣ ਸਕੈ ਕਰ ਤੁਮਰੋ ਸਾਥ ਇਸੇ ਪ੍ਰਕਾਰ ਕੋਈ ਤੇਰੇ ਸਾਥ ਵੀ ਨਹੀਂ ਜਾ ਸਕਦਾ, ਇਹੋ ਜਿਹਾ ਸਖਤ ਪਹਿਰਾ ਲੱਗਾ, ਕੋਈ ਤੇਰੀ ਮਦਦ ਵੀ ਨਹੀਂ ਕਰ ਸਕਦਾ। ਇਹ ਕਾਰਜ ਤੁਹਾਨੂੰ ਆਪ ਇਕੱਲਿਆਂ ਕਰਨਾ ਪੈਣਾ ਹੈ। ਦੋਹਰਾ ਤੁਰਕਨ ਜੋ ਮੁੰਡਾਸਾ ਬੰਦਿਓ ਲਈ ਸੁਹਾਤ ਕਮਾਨ ਇਸ ਤਰ੍ਹਾਂ ਭਾਈ ਸੁਖਾ ਸਿੰਘ ਜੀ ਨੇ ਆਪਣੇ ਸੀਸ ਉੱਪਰ ਨਾ ਮੁੰਡਾਸਾ ਬੰਨ੍ਹ ਲਿਆ। ਮੁੰਡਾਸਾ ਭਾਵੀ ਵੱਡੀ ਜੀ ਪੱਗ ਬੰਨ੍ਹ ਲਈ ਢਿੱਲੀ ਜੀ ਕਰਕੇ, ਜਿਵੇਂ ਤੁਰਕ ਬੰਨ੍ਹਦੇ ਹੁੰਦੇ ਨੇ, ਤੇ ਤੁਰਕਾਂ ਦੇ ਵਾਂਗੂ ਉਹਨਾਂ ਨੇ ਆਪਣੇ ਸੀਸ ਦੇ ਉੱਪਰ ਮੁੰਡਾਸਾ ਕਹਿੰਦੇ ਬੰਨ੍ਹ ਲਿਆ, ਤੇ ਤੁਰਕਾਂ ਵਾਲਾ ਜਿਹੜਾ ਭੇਸ ਜਿਹਾ ਉਹਨਾਂ ਬਣਾ ਲਿਆ ਵੀ ਉਹਨਾਂ ਨੂੰ ਇਉਂ ਹੀ ਲੱਗਣ ਵੀ ਕੋਈ ਮੁਸਲਮਾਨ ਜਿਵੇਂ ਹੈ, ਤੇ ਹੱਥ ਦੇ ਵਿੱਚ ਕਮਾਨ ਫੜ ਲਈ ਭਾਈ ਸੁਖਾ ਸਿੰਘ ਨੇ। ਸਵਾ ਪਹਿਰ ਦਿਨ ਜਪ ਰਹਿਓ ਹੋਰ ਰਾਹੂ ਲਿਓ ਆਨ ਜਦੋਂ ਸਵਾ ਕੁ ਪਹਿਰ ਦਿਨ ਰਹਿ ਗਿਆ, ਜਿਵੇਂ 6 ਵਜੇ ਸ਼ਾਮ ਦੇ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੁੰਦਾ ਹੈ, ਤੇ ਤੁਸੀਂ ਕਹਿ ਲਓ ਵੀ ਕਰੀਬਨ 1:30 ਕੁ 2 ਵਜੇ ਦੇ ਸਮੇਂ ਦੇ ਨੇੜੇ ਤੇੜੇ ਭਾਈ ਸੁਖਾ ਸਿੰਘ ਜੀ ਨੇ ਲਾਹੌਰ ਦਾ ਰਸਤਾ ਫੜ ਲਿਆ, ਲਾਹੌਰ ਨੂੰ ਚੱਲ ਪਏ। ਜੋ ਪਈ ਸਰਾ ਰਸਤੇ ਢਿੰਗ ਆਇਓ ਤਲਾਈ ਇਸ ਤਰ੍ਹਾਂ ਨੂਰ ਦੀ ਸਰਾਂ ਦਾ ਜਿਹੜਾ ਰਾਹ ਸੀ ਉੱਥੋਂ ਲੰਘਦਿਆਂ ਲੰਘਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਜਲ ਪੀਵਨ ਕੋ ਕਹਿਓ ਬੁਲਾਏ ਇਸ ਤਰ੍ਹਾਂ ਜਦੋਂ ਉੱਥੇ ਪਹੁੰਚੇ ਤੇ ਕਿਸੇ ਪਛਾਣਿਆ ਨਾ ਵੀ, ਉਹਨਾਂ ਨੇ ਸੋਚਿਆ ਵੀ ਕੋਈ ਰਾਹਗੀਰ ਹੋਣਾ, ਤੇ ਉਹਨਾਂ ਨੇ ਜਲ ਛਕਣ ਦੇ ਬਹਾਨੇ ਜਿਹੜਾ ਘੋੜਾ ਸੀ ਉਹ ਸਰੋਵਰ ਦੇ ਨੇੜੇ ਕਰ ਲਿਆ।
ਖੱਬੇ ਕਰਕੇ ਅੰਮ੍ਰਿਤ ਪਿਲਾਇਆ। ਪਹਿਲਾ ਘੋੜਾ ਮੂਹਰੇ ਕੀਤਾ ਤੇ ਘੋੜੇ ਨੂੰ ਮੂਹਰੇ ਕਰਕੇ ਅੰਮ੍ਰਿਤ ਜਲ ਛਕਾ ਲਿਆ ਘੋੜੇ ਨੂੰ। ਉਹਨਾਂ ਦਿਨਾਂ ਦੇ ਵਿੱਚ ਇੱਕ ਘਾਟ ਹੀ ਹੁੰਦਾ ਸੀਗਾ, ਜਿਵੇਂ ਪੌੜੀਆਂ ਆਦਿਕ ਬਹੁਤੀਆਂ ਨਹੀਂ ਸਨ ਬਣੀਆਂ, ਉੱਥੇ ਪਹਿਲਾਂ ਪੌੜੀਆਂ ਨਹੀਂ ਸੀ, ਪੌੜੀਆਂ ਬਾਅਦ ਵਿੱਚ ਬਣਾ ਕੇ ਪੱਕਾ ਕੀਤਾ ਗਿਆ। ਤੇ ਪਹਿਲਾਂ ਜਿਵੇਂ ਆਮ ਘਾਟ ਹੁੰਦਾ ਉਹ ਘਾਟ ਹੀ ਸੀ ਉੱਥੇ। ਇਸ ਤਰ੍ਹਾਂ ਨੇੜੇ ਕਰਕੇ ਘੋੜਾ ਤੇ ਅੰਮ੍ਰਿਤ ਜਲ ਜਿਹੜਾ ਸੀ ਇਸ ਤਰ੍ਹਾਂ ਘੋੜੇ ਨੂੰ ਛਕਾਇਆ ਹੈ। ਉੱਤਰ ਘੋੜੇ ਤੇ ਚੁੱਬਾ ਲਾਇਆ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਫਿਰ ਭਾਈ ਰਤਨ ਸਿੰਘ ਜੀ ਫਰਮਾਨ ਕਰਦੇ, ਭਾਈ ਸੁੱਖਾ ਸਿੰਘ ਆਪ ਘੋੜੇ ਤੋਂ ਹੇਠਾਂ ਉਤਰਿਆ। ਸਣੇ ਘੋੜੇ ਵਰ ਗਏ ਨਾ, ਵਿੱਚ ਘੋੜੇ ਤੇ ਬੈਠੇ ਸਨ, ਘੋੜੇ ਨੇ ਜਲ ਛਕਿਆ ਤੇ ਆਪ ਫਿਰ ਘੋੜੇ ਤੋਂ ਉਤਰ ਕੇ ਤੇ ਜਲ ਵਿੱਚ ਚੁੱਭਾ ਮਾਰ ਲਿਆ, ਸਰੋਵਰ ਵਿੱਚ ਇਸ਼ਨਾਨ ਕਰ ਲਿਆ। ਫਿਰ ਬਾਅਦ ਵਿੱਚ ਉਹ ਜਿਹੜਾ ਮੁੰਡਾਸਾ ਸੀ ਉਹ ਬੰਨਿਆ ਹੋਇਆ ਸਿਰ ਤੋਂ ਲਾਹ ਕੇ ਦੂਰ ਕਰ ਦਿੱਤਾ ਹੈ। ਜਦੋਂ ਤੁਰਕਾਂ ਨੇ ਵੇਖਿਆ ਤੇ ਤੁਰਕ ਬੜੇ ਹੈਰਾਨ ਹੋ ਗਏ। ਦਮਾਲਾ ਬੰਨਿਆ ਹੋਇਆ, ਦਮਾਲੇ ਤੇ ਚੱਕਰ ਲਿਸ਼ਕਦੇ ਪਏ ਸਨ। ਇਸੇ ਪ੍ਰਕਾਰ ਜਿਹੜੇ ਲਿਸ਼ਕਦੇ ਹੋਏ ਚੱਕਰ ਉਹਨਾਂ ਨੂੰ ਵੇਖਿਆ, ਦਮਾਲਾ ਵੇਖਿਆ ਤੇ ਤੁਰਕ ਹੈਰਾਨ ਹੋ ਗਏ, ਹੈ ਇਹ ਸਿੰਘ ਕਿੱਥੋਂ ਆ ਗਿਆ ਹੈ। ਇਸ ਤਰ੍ਹਾਂ ਸਣੇ ਘੋੜੇ ਹੀ ਇਹਨੇ ਆ ਕੇ ਇਹਦੇ ਵਿੱਚ ਇਸ਼ਨਾਨ ਕਰ ਲਿਆ ਹੈ। ਇਹ ਨਾ ਤਾਂ ਹਿੰਦੂ ਹੈ ਤੇ ਨਾ ਹੀ ਇਹ ਮੁਸਲਮਾਨ ਹੈ। ਫਿਰ ਉਹਨਾਂ ਨੇ ਜਦੋਂ ਧਿਆਨ ਦੇ ਨਾਲ ਵੇਖਿਆ ਨਾ ਤਾਂ ਉਹ ਕਹਿੰਦੇ ਵੀ ਇਹ ਮੁਸਲਮਾਨ ਤਾਂ ਲੱਗਦਾ ਨਹੀਂ, ਹੋ ਸਕਦਾ ਕਿਤੇ ਹਿੰਦੂ ਨਾ ਹੋਵੇ। ਇਸ ਪ੍ਰਕਾਰ ਇੱਧਰ ਫਿਰ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਨੇ ਵੇਖਿਆ ਵੀ ਹਲੇ ਇਹਨਾਂ ਨੂੰ ਹਲੇ ਸਮਝ ਨਹੀਂ ਆਈ, ਕਿਉਂਕਿ ਸ਼ੌਕ ਲੱਗ ਗਿਆ ਨਾ ਵੀ ਸਿੰਘ ਕਿੱਥੋਂ ਆ ਗਏ। ਉਹਨਾਂ ਨੇ ਉੱਚੀ ਅਕਾਲ ਅਕਾਲ ਦਾ ਜਾਪ ਉਚਾਰਿਆ ਹੈ। ਉਹਨਾਂ ਨੇ ਉਹ ਪਗੜੇ ਸਣੇ ਹੀ ਦਮਾਲਾ ਜਿਹੜਾ ਬੰਨਿਆ ਸੀ ਫਿਰ ਜਲ ਦੇ ਵਿੱਚ ਚੁੱਭਾ ਮਾਰਿਆ, ਇਸ਼ਨਾਨ ਕੀਤਾ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜਲ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ। ਘੋੜੇ ਤੇ ਪਲਾਕੀ ਮਾਰ ਕੇ ਬਹਿ ਗਏ ਤੇ ਲਲਕਾਰ ਕੇ ਤੁਰਕਾਂ ਨੂੰ ਆਵਾਜ਼ ਮਾਰੀ ਹੈ। ਆਖਣ ਲੱਗੇ, ਤੁਰਕੜਿਓ ਜੇ ਹਿੰਮਤ ਹੈ ਆਓ ਮੇਰੇ ਸਾਹਮਣੇ ਆਓ, ਵੇਖਾਂ ਤੁਹਾਡੇ ਵਿੱਚ ਕਿਹੜਾ ਇਹੋ ਜਿਹਾ ਬਲੀ ਯੋਧਾ ਜਿਹੜਾ ਮੇਰਾ ਮੁਕਾਬਲਾ ਕਰ ਲਵੇ। ਜੇ ਤੁਹਾਡੇ ਵਿੱਚ ਕੋਈ ਸੂਰਮਾ ਤੇ ਆ ਕੇ ਮੇਰਾ ਮੁਕਾਬਲਾ ਕਰੇ, ਨਹੀਂ ਜੇ ਭਲਾ ਚਾਹੁੰਦੇ ਹੋ ਤੇ ਮੇਰਾ ਰਾਹ ਛੱਡ ਕੇ ਪਰਾਂ ਹੋ ਜਾਵੋ। ਭਾਈ ਸੁੱਖਾ ਸਿੰਘ ਨੇ ਕੱਢ ਕੇ ਮਿਆਨ ਵਿੱਚੋਂ ਤੇਗ ਉਹਨਾਂ ਨੇ ਆਕਾਸ਼ ਵਿੱਚ ਹਿਲਾਈ ਤੇ ਜਿਵੇਂ ਆਕਾਸ਼ ਵਿੱਚ ਸੂਰਜ ਚਮਕਦਾ, ਸੂਰਜ ਦੇ ਵਾਂਗੂ ਤੇਜ ਉਹਨਾਂ ਨੇ ਆਪਣੀ ਚਮਕਾ ਦਿੱਤੀ ਹੈ। ਉਹ ਜਿੰਨੇ ਵੀ ਤੁਰਕ ਉੱਥੇ ਖੜੇ ਸਨ, ਕਿਸੇ ਦੀ ਹਿੰਮਤ ਨਾ ਪਈ ਕਿ ਸੁੱਖਾ ਸਿੰਘ ਦਾ ਮੁਕਾਬਲਾ ਕਰ ਸਕਣ। ਸਾਰੇ ਤੁਰਕ ਜਾਨ ਬਚਾਉਂਦੇ ਹੋਏ ਉੱਥੋਂ ਭੱਜ ਗਏ, ਕੋਈ ਨੇੜੇ ਨਹੀਂ ਆਇਆ। ਭਾਈ ਸੁੱਖਾ ਸਿੰਘ ਦੀ ਦਲੇਰੀ ਵੇਖੀ, ਉਹਨਾਂ ਸੋਚਿਆ ਵੀ ਇਹਨੇ ਤਾਂ ਇਸ਼ਨਾਨ ਕਰ ਲਿਆ, ਇਹਨਾਂ ਦਾ ਕੀ ਹੈ, ਇਹਨਾਂ ਸਿਰ ਤੇ ਮਰਨ ਮੰਡਿਆ ਹੋਇਆ, ਅਸੀਂ ਤਾਂ ਆਪ ਇਹਨਾਂ ਦੇ ਹੱਥੋਂ ਮਾਰੇ ਜਾਵਾਂਗੇ, ਜਾਂਦਾ ਜਾਏ ਸਾਨੂੰ ਕੀ ਹੈ। ਇਸ ਤਰ੍ਹਾਂ ਤੁਰਕਾਂ ਨੇ ਭਾਈ ਸੁੱਖਾ ਸਿੰਘ ਦਾ ਰਾਹ ਛੱਡ ਦਿੱਤਾ ਤੇ ਭਾਈ ਸੁੱਖਾ ਸਿੰਘ ਜੀ ਆਪਣੇ ਇਲਾਕੇ ਨੂੰ ਵਾਪਸ ਤੁਰ ਪਏ ਹਨ। ਇਸ ਤਰ੍ਹਾਂ ਤੁਰਕ ਪਿੱਛੋਂ ਕੋਈ ਤੀਰ ਮਾਰਦਾ, ਕੋਈ ਗੋਲੀਆਂ ਮਾਰਦਾ ਹੈ ਤੇ ਤੁਰਕਾਂ ਨੇ ਪਿੱਛੇ ਦੌੜਨ ਦਾ ਯਤਨ ਵੀ ਕੀਤਾ ਵੀ ਪਿੱਛੋਂ ਹੀ ਗੋਲੀ ਮਾਰ ਕੇ ਤੇ ਤੀਰ ਮਾਰ ਕੇ ਸਿੰਘ ਨੂੰ ਮਾਰ ਦਈਏ। ਸਤਿਗੁਰਾਂ ਦੀ ਅਜਿਹੀ ਕਲਾ ਉੱਥੇ ਵਰਤੀ ਕਿ ਭਾਈ ਸੁੱਖਾ ਸਿੰਘ ਨੂੰ ਨਾ ਕੋਈ ਤੀਰ ਵੱਜਿਆ ਤੇ ਨਾ ਕੋਈ ਗੋਲੀ ਵੱਜੀ ਹੈ। ਇਸ ਤਰ੍ਹਾਂ ਭਾਈ ਸਾਹਿਬ ਦਾ ਘੋੜਾ ਜਿਹੜਾ ਬਹੁਤ ਅਗਾਂਹ ਨੂੰ ਲੰਘ ਗਿਆ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਫੀ ਦੂਰ ਚਲੇ ਗਏ ਹਨ ਤੇ ਤੁਰਕ ਵੀ ਪਿੱਛੇ ਲੱਗ ਗਏ। ਫੌਜ ਲੈ ਕੇ ਫੌਜ ਦੀ ਟੁਕੜੀ ਜਿਹੜਾ ਸੈਨਾਪਤੀ ਸੀ ਭਾਈ ਸੁੱਖਾ ਸਿੰਘ ਦੇ ਪਿੱਛੇ ਦੌੜ ਪਿਆ, ਪਰ ਉਹ ਸਿੰਘ ਦਾ ਮੁਕਾਬਲਾ ਨਾ ਕਰ ਸਕੇ, ਭਾਵ ਉਹਨਾਂ ਦੇ ਨਾਲ ਰਲ ਨਹੀਂ ਸਕੇ। ਇਸ ਵਿਧੀ ਨਾਲ ਭਾਈ ਸੁੱਖਾ ਸਿੰਘ ਜੀ ਨੇ ਬਹਾਦਰੀ ਵਿਖਾਈ, ਇਹ ਕੌਤਕ ਵਿਖਾਇਆ। ਜਿੱਥੇ ਰਾਤ ਨੂੰ ਇਸ਼ਨਾਨ ਕਰਨਾ ਬੜਾ ਔਖਾ ਸੀ, ਉੱਥੇ ਦਿਨੇ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਇਸ਼ਨਾਨ ਕੀਤਾ ਹੈ। ਇਧਰ ਜ਼ਕਰੀਆ ਖਾਨ ਦੁਖੀ ਹੋ ਚੁੱਕਾ ਸੀ ਸਿੰਘਾਂ ਤੋਂ ਵੀ ਮੈਂ ਮਾਰਦਾ, ਇਹ ਮਰਨ ਤੇ ਨਹੀਂ ਆਉਂਦੇ।
ਉਹਨੇ ਆਪਣੇ ਹਲਕਾਰੇ ਭੇਜੇ, ਚਿੱਠੀਆਂ ਭੇਜੀਆਂ, ਸਿਪਾਹੀ ਭੇਜੇ, ਜਿੰਨੇ ਵੀ ਰਈਅਤ ਸੀ, ਜਿੰਨੇ ਵੀ ਜਸੂਸ ਮੁਖਬਰ ਸਨ, ਉਹਨਾਂ ਸਾਰਿਆਂ ਨੂੰ ਆਪਣੇ ਪਾਸ ਸੱਦ ਲਿਆ, ਪਾਸ ਬੁਲਾ ਲਿਆ। ਰਤਨ ਸਿੰਘ ਤੇ ਸੋ ਸੁਨੋ ਜੋ ਉਨ ਦਿਓ ਆਵਾਜ਼। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜੋ ਉਹਨਾਂ ਨੇ ਆਵਾਜ਼ ਦਿੱਤੀ, ਜੋ ਹੁਕਮ ਜ਼ਕਰੀਆ ਖਾਨ ਨੇ ਕੀਤਾ ਹੈ, ਉਹ ਗੱਲ ਤੁਸੀਂ ਰਤਨ ਸਿੰਘ ਦੇ ਕੋਲੋਂ ਸਰਵਣ ਕਰੋ। ਜੋ ਉਨ ਦਿਓ ਆਵਾਜ਼ ਸੋ ਸਭ ਲਿਖਿਓ ਨਾ ਜਾਵੇ। ਭਾਈ ਸਾਹਿਬ ਕਹਿੰਦੇ ਜ਼ਕਰੀਆ ਖਾਨ ਨੇ ਜੋ ਹੁਕਮ ਕੀਤਾ, ਉਹ ਸਾਰੀ ਗੱਲ ਤਾਂ ਇੱਥੇ ਵਿਸਥਾਰ ਦੇ ਨਾਲ ਮੇਰੇ ਕੋਲੋਂ ਲਿਖੀ ਨਹੀਂ ਜਾ ਸਕਦੀ। ਆਪ ਥਕਿਓ ਤੇ ਦੁੱਖ ਔਰ ਸਭ ਲੋਕ ਸਿਖਾਵੇ। ਸਿੰਘਾਂ ਨੂੰ ਦੁੱਖ ਦੇ ਦੇ ਕੇ ਆਪ ਤਾਂ ਥੱਕ ਗਿਆ ਜ਼ਕਰੀਆ ਖਾਨ, ਉਹਦਾ ਵਸ ਨਹੀਂ ਚੱਲਦਾ ਹੁਣ ਸਿੰਘਾਂ ਤੇ। ਹੁਣ ਉਹ ਲੋਕਾਂ ਨੂੰ ਸਿਖਾਉਣ ਲੱਗ ਗਿਆ, ਲੋਕਾਂ ਨੂੰ ਤਰੀਕੇ ਦੱਸਣ ਲੱਗਿਆ ਵੀ ਇਸ ਤਰੀਕੇ ਨਾਲ ਸਿੰਘਾਂ ਨੂੰ ਮਾਰੋ, ਇਸ ਤਰੀਕੇ ਨਾਲ ਮਾਰੋ। ਆਪ ਜਦੋਂ ਉਹਦੇ ਹੱਥ ਖੜੇ ਹੋ ਗਏ ਤੇ ਲੋਕਾਂ ਨੂੰ ਹੁਣ ਇਹ ਗੱਲਾਂ ਸਿਖਾਉਣ ਲੱਗ ਪਿਆ। ਬਹਾਵਲ ਲੁੱਟੀ ਪੰਜਾਬ ਕਸ਼ਮੀਰ ਸੋ ਪਰਬਤ ਵੱਲ। ਬਹਾਵਲਪੁਰ ਜਿਹੜੀ ਰਿਆਸਤ ਸਿੰਘਾਂ ਨੇ ਉਹ ਵੀ ਲੁੱਟ ਲਈ, ਪੰਜਾਬ ਲੁੱਟ ਲਿਆ, ਕਸ਼ਮੀਰ ਲੁੱਟ ਲਿਆ, ਪਰਬਤ ਦੇ ਜਿਹੜੇ ਇਲਾਕੇ ਸਨ ਸਿੰਘਾਂ ਨੇ ਉਹ ਵੀ ਲੁੱਟ ਲਏ ਹਨ। ਕੇਸਨ ਵਾਲਨ ਨਹਿ ਛੱਡਿਓ ਨਵਾਬ ਲਿਖਿਓ ਦਿਓ ਘੱਲ। ਨਵਾਬ ਨੇ ਇਹਨਾਂ ਸਾਰਿਆਂ ਇਲਾਕਿਆਂ ਵਿੱਚ ਚਿੱਠੀ ਭੇਜ ਦਿੱਤੀ ਤੇ ਜਿਹੜੇ ਹਾਕਮ ਚੌਧਰੀ ਸਨ, ਸੂਬੇਦਾਰ ਸਨ, ਉਹਨਾਂ ਨੂੰ ਕਹਿੰਦਾ ਵੀ ਕੇਸਾਂ ਵਾਲਾ ਕੋਈ ਜਿਉਂਦਾ ਨਾ ਛੱਡਿਓ, ਜਿਹੜਾ ਵੀ ਤੁਹਾਨੂੰ ਕੋਈ ਕੇਸਾ ਧਾਰੀ ਮਿਲਦਾ ਨੂੰ ਮੌਤ ਦੇ ਘਾਟ ਉਤਾਰ ਦਿਓ। ਜੋ ਪਈ ਨਵਾਬ ਲਿਖਤ ਸਭਨ ਮਨ ਲਈ। ਜਦੋਂ ਜ਼ਕਰੀਆ ਖਾਨ ਨੇ 4 ਚੁਫੇਰੇ ਚਿੱਠੀਆਂ ਭੇਜ ਦਿੱਤੀਆਂ, ਉਹਦੀ ਲਿਖਤ ਸਾਰਿਆਂ ਨੇ ਮੰਨ ਲਈ ਹੈ। ਸਿੰਘਨ ਰਹਿਣ ਖਰਾਬੀ ਭਈ। ਹੁਣ ਸਿੰਘਾਂ ਵਾਸਤੇ ਗੱਲ ਔਖੀ ਹੋ ਗਈ, ਸਿੰਘਾਂ ਲਈ ਪੰਜਾਬ ਦੇ ਵਿੱਚ ਰਹਿਣਾ ਬੜਾ ਕਠਿਨ ਹੋ ਗਿਆ ਹੈ। ਤਬ ਸਿੰਘ ਊਹਾਂ ਤੇ ਨੱਠ ਆਏ। ਫਿਰ ਸਿੰਘਾਂ ਨੇ ਪਰਬਤੀ ਇਲਾਕਾ ਛੱਡ ਦਿੱਤਾ, ਜਿਹੜੇ ਪੰਜਾਬ ਤੇ ਲਾਹੌਰ ਦੇ ਨੇੜੇ ਤੇੜੇ ਰਹਿੰਦੇ ਸਨ, ਉਹਨਾਂ ਸਿੰਘਾਂ ਨੇ ਇਹ ਵੀ ਇਲਾਕਾ ਛੱਡ ਦਿੱਤਾ, ਉੱਥੋਂ ਨੱਠ ਗਏ ਹਨ। ਕਹੂੰ ਜਗਾਰ ਨਹਿ ਰਹਿਣੇ ਪਾਏ। ਇਹੋ ਜਿਹੇ ਹਾਲਾਤ ਬਣ ਗਏ ਵੀ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਬਚੀ ਜਿੱਥੇ ਸਿੰਘ ਰਹਿ ਸਕਣ। ਦੋਹਰਾ ਰਹਿਓ ਕਛੂ ਦਰਿਆਓ ਤੇ ਬਾਜ ਮੁਤਾਬਕੋ ਕੋਟ। ਦਰਿਆ ਦਾ ਜਿਹੜਾ ਨਜ਼ਦੀਕਲਾ ਕੰਢਾ ਸੀ, ਉਹ ਤੇ ਇੱਕ ਪਿੰਡ ਪੈਂਦਾ ਸੀ ਜਿਹਨੂੰ ਮੁਤਾਬਕਾ ਕੋਟ ਕਹਿੰਦੇ ਸਨ। ਕੇਵਲ ਉਹ ਜਿਹੜਾ ਇਲਾਕਾ ਰਹਿ ਗਿਆ, ਕਾਰਨ ਇਹ ਸੀ ਵੀ ਉਹ ਦਰਿਆ ਦੇ ਕੰਢੇ ਤੇ ਹੋਣ ਕਰਕੇ ਤੇ ਉੱਥੇ ਸਿੰਘ ਸਨ ਜਿਹੜੇ ਉਹ ਆ ਕੇ ਲੁਕ ਜਾਂਦੇ ਸਨ, ਪਿੰਡ ਵਿੱਚ ਲੁਕ ਗਏ। ਜੇ ਤੁਰਕ ਆਏ ਤੇ ਉੱਥੋਂ ਨਿਕਲੇ ਤੇ ਜਾ ਕੇ ਦਰਿਆ ਦੇ ਨੇੜੇ ਤੇੜੇ ਝੱਲਾਂ ਵਿੱਚ ਵੜ ਗਏ। ਹੁਣ ਸਿੰਘਾਂ ਵਾਸਤੇ ਮੁਤਾਬਕਾ ਕੋਟ ਜਿਹੜਾ ਇਹੀ ਇਲਾਕਾ ਰਹਿ ਗਿਆ ਜਿਹੜਾ ਉਹਨਾਂ ਵਾਸਤੇ ਸਹੀ ਸੀ, ਜਿੱਥੇ ਉਹ ਲੁਕ ਸਕਦੇ ਸਨ। ਤੇ ਥਾਂ ਸਿੰਘ ਕਛੂ ਆ ਛਿਪੇ ਦਰਿਆ ਬੇਲੇ ਓਟ। ਮੁਤਾਬਕਾ ਜਿਹੜਾ ਕੋਟ ਸੀ, ਉੱਥੇ ਸਿੰਘ ਆ ਗਏ। ਦਰਿਆ ਦੇ ਕੰਢੇ ਤੇ ਜਿਹੜੇ ਬੇਲੇ ਆਦਿਕ ਸਨ, ਉਹਨਾਂ ਦੇ ਵਿੱਚ ਸਿੰਘ ਆ ਕੇ ਲੁਕ ਗਏ ਹਨ। ਜੋ ਪਈ ਗਏ ਹਲਕਾਰੇ ਦੇਖ ਤੇ ਥਾਉ। ਕੁਝ ਕੁ ਦਿਨ ਸਿੰਘ ਤਾਂ ਉੱਥੇ ਲੁਕੇ ਰਹੇ, ਥੋੜੇ ਜਿਹੇ ਸਿੰਘ ਸਨ। ਜਦੋਂ ਕੁਝ ਕੁ ਦਿਨਾਂ ਦਾ ਸਮਾਂ ਇਸ ਤਰ੍ਹਾਂ ਬਤੀਤ ਹੋ ਗਿਆ ਤੇ ਕਿਤੇ ਸਿੰਘ ਉੱਥੇ ਵਿਚਰਦੇ ਸਨ, ਤੇ ਜਿਹੜੇ ਜਸੂਸ ਸਨ, ਜਸੂਸੀ ਕਰਨ ਵਾਲੇ, ਉਹਨਾਂ ਹਲਕਾਰਿਆਂ ਦੀ ਕਿਤੇ ਨਿਗਾਹ ਪੈ ਗਈ, ਉਹਨਾਂ ਕਿਤੇ ਸਿੰਘਾਂ ਨੂੰ ਵੇਖ ਲਿਆ ਹੈ। ਕਹੇ ਫੌਜਦਾਰ ਕੁਝ ਸ਼ਿਕਾਰ ਦਿਖਾਉ। ਤੇ ਉਹ ਚਲੇ ਗਏ ਫੌਜਦਾਰ ਦੇ ਕੋਲ। ਜਾ ਕੇ ਫੌਜਦਾਰ ਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਹੈ ਵੀ ਚਲੋ ਮੇਰੇ ਨਾਲ, ਵੀ ਮੈਂ ਤੁਹਾਨੂੰ ਸ਼ਿਕਾਰ ਵਿਖਾਉਣਾ ਵੀ ਸਿੰਘ ਕਿੱਥੇ ਬੈਠੇ ਹਨ। ਭੁੱਖੇ ਨਾਗੇ ਸ਼ਸਤਰਹੀਨੇ। ਭੁੱਖੇ ਵੀ ਨੇ, ਨਗਨ ਵੀ ਨੇ, ਵਸਤਰ ਵੀ ਕੋਈ ਨਹੀਂ ਪਹਿਨਣ ਨੂੰ, ਤੇ ਸ਼ਸਤਰਾਂ ਤੋਂ ਹੀਣੇ, ਉਹਨਾਂ ਕੋਲ ਸ਼ਸਤਰ ਵੀ ਕੋਈ ਨਹੀਂ ਹੈ। ਭਾਜਤ ਥਕਤ ਭਏ ਬਦਖੀਨੇ। ਇਸ ਤਰ੍ਹਾਂ ਭਜਦਿਆਂ ਹੋਇਆਂ ਉਹ ਥੱਕ ਚੁੱਕੇ ਹਨ, ਉਹਨਾਂ ਦੇ ਵਿੱਚ ਤਾਕਤ ਨਹੀਂ ਬਚੀ। ਟੁੱਟ ਜਾਏ ਤਿਨ ਪਕੜ ਸੁਲਇਓ। ਤੁਸੀਂ ਤੁਰੰਤ ਜਾ ਕੇ ਉਹਨਾਂ ਨੂੰ ਫੜ ਲੈਣਾ ਹੈ। ਫੜਕਾ ਤਿਨੈ ਲਾਹੌਰ ਪੁਚਿਓ। ਉਹਨਾਂ ਨੂੰ ਫੜ ਕੇ ਲਾਹੌਰ ਪਹੁੰਚਾ ਦਿਓ। ਉਹਨਾਂ ਵਿੱਚ ਕਿਹੜਾ ਕੋਈ ਤਾਕਤ ਹੈ ਵੀ ਤੁਹਾਨੂੰ ਉੱਥੇ ਜ਼ਿਆਦਾ ਜਾ ਕੇ ਬਲ ਲਾਣਾ ਪਏਗਾ, ਬਹੁਤੀ ਮਿਹਨਤ ਕਰਨੀ ਪਏਗੀ। ਵੀ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਉਹ ਤਾਂ ਮਰਿਆਂ ਦੇ ਵਾਂਗੂ ਹੀ ਨੇ। ਉਹਨਾਂ ਨੂੰ ਫੜ ਕੇ ਲਾਹੌਰ ਪਹੁੰਚਾਓ ਤੇ ਇਨਾਮ ਲੈ ਲਓ। ਬਹੁਤ ਇਨਾਮ ਨਿਵਾਬ ਹੈ ਪਾਵੋ। ਇਸ ਤਰ੍ਹਾਂ ਬਹੁਤਾ ਇਨਾਮ ਨਵਾਬ ਜ਼ਕਰੀਆ ਖਾਨ ਦੇ ਕੋਲੋਂ ਪ੍ਰਾਪਤ ਕਰੋ। ਜੜੋ ਅਬੈ ਕਛੁ ਦੇਰ ਨਾ ਲਾਓ। ਫੌਜਦਾਰ ਨੂੰ ਮੁਖਬਰ ਕਹਿਣ ਲੱਗੇ ਵੀ ਛੇਤੀ ਚੱਲੋ, ਹੁਣ ਦੇਰੀ ਨਾ ਲਾਓ, ਕਿਤੇ ਨਾ ਹੋਵੇ ਵੀ ਸਿੰਘ ਕਿਤੇ ਹੋਰ ਚਲੇ ਜਾਣ। ਸੁਨ ਉਨ ਤੇ ਜਮਾ ਸੂਦਾਰ। ਇਸ ਪ੍ਰਕਾਰ ਉਹ ਜਿਹੜਾ ਫੌਜਦਾਰ ਸੀ, ਉਹਨੇ ਜਦੋਂ ਇਹਨਾਂ ਮੁਖਬਰਾਂ ਦੇ ਕੋਲੋਂ, ਜਸੂਸਾਂ ਕੋਲੋਂ ਬਚਨ ਸੁਣੇ ਤੇ ਉਹ ਵੀ ਤਿਆਰ ਬਰ ਤਿਆਰ ਹੋ ਗਿਆ ਹੈ। ਤੁਰਤ
ਤੁਰਤ ਫੁਰਤੀ ਤਿਆਰੀ ਕਰ ਲਈ ਤੇ ਚਾਲਾ ਪਾ ਦਿੱਤਾ ਮਦਾਵ ਕੇ ਕੋਟ ਨੂੰ। ਜਨ ਫੜ ਦੇਵੋ ਸੱਸਾ ਸ਼ਿਕਾਰ। ਉਹਦੇ ਮਨ ਵਿੱਚ ਇਸ ਤਰ੍ਹਾਂ ਖਿਆਲ ਆਇਆ ਵੀ ਜਿਵੇਂ ਜਾ ਕੇ ਨਾ ਵੀ ਆਪਾਂ ਸ਼ਹਿ ਦਾ ਸ਼ਿਕਾਰ ਕਰਨਾ ਹੈ। ਜਾਂ ਪੂਨੋ ਊਹਾ ਕਰਤ ਵਿਚਾਰ। ਇਸੇ ਪ੍ਰਕਾਰ ਉਹ ਜਾਂਦਿਆਂ ਹੋਇਆਂ ਰਾਹ ਦੇ ਵਿੱਚ ਵਿਚਾਰ ਹੀ ਕਰਦਾ ਹੈ, ਜਾਂਦਾ ਹੋਇਆ ਵੀ ਮੈਂ ਸਿੰਘਾਂ ਨੂੰ ਮਾਰ ਲੈਣਾ, ਵੀ ਉਹ ਤਾਂ ਸਿਆਂ ਵਾਂਗੂ ਹੋਏ ਪਏ ਨੇ, ਉਹਨਾਂ ਵਿੱਚ ਕਿਹੜਾ ਕੋਈ ਤਾਕਤ ਹੈ। ਇਸ ਤਰ੍ਹਾਂ ਵਿਚਾਰ ਕਰਦਾ ਕਰਦਾ ਉੱਥੇ ਜਾ ਪਹੁੰਚਿਆ ਜਿੱਥੇ ਸਿੰਘਾਂ ਨੇ ਡੇਰਾ ਲਾਇਆ ਸੀ। ਦੋਹਰਾ ਸਿੰਦਰ ਥੋੜੇ ਦੇਖ ਕੇ ਮਨ ਮੈਂ ਕਰੈ ਗੁਮਾਨ। ਹੁਣ ਉਹਨੇ ਜਦੋਂ ਵੇਖਿਆ ਵੀ ਸਿੰਘ ਬਹੁਤੇ ਥੋੜੇ ਨੇ, ਮਨ ਵਿੱਚ ਬੜਾ ਗੁਮਾਨ ਤੇ ਬੜਾ ਹੰਕਾਰ ਆ ਗਿਆ। ਲੈ ਇਹਨਾਂ ਨੂੰ ਮਾਰਨਾ ਕਿਹੜਾ ਕੋਈ ਔਖੀ ਗੱਲ ਹੈ, ਇਹਨਾਂ ਨੂੰ ਮੈਂ ਝੱਟ ਹੀ ਖਤਮ ਕਰ ਦੇਣਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਸਿੰਘਾਂ ਨੂੰ ਵੇਖ ਕੇ ਫੌਜਦਾਰ ਕਹਿਣ ਲੱਗਾ ਵੀ ਇਹਨਾਂ ਕੰਗਾਲਾਂ ਵਾਸਤੇ ਇੰਨੀ ਤਿਆਰੀ ਕਰਕੇ ਆਇਆ, ਇੰਨੀ ਫੌਜ, ਇੰਨੇ ਘੋੜੇ, ਇੰਨੇ ਸ਼ਸਤਰ ਲੈ ਕੇ ਆਇਆ, ਵੀ ਇਹਨਾਂ ਦੇ ਪੱਲੇ ਤਾਂ ਕੁਝ ਨਹੀਂ, ਇਹਨਾਂ ਨੂੰ ਤਾਂ ਝੱਟ ਅਸੀਂ ਮਾਰ ਲੈਣਾ। ਇਹ ਖਿਆਲ ਉਦੋਂ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਜੂਨ 1984 ਚ ਹਮਲਾ ਹੋਇਆ ਨਾ, ਦੁਸ਼ਟ ਜਿਹੜਾ ਕੁਲਦੀਪ ਬਰਾੜ ਸੀਗਾ, ਇਹ ਸੋਚ ਲੈ ਕੇ ਉਹ ਵੀ ਆਇਆ ਸੀ। ਬਸ ਸਰਕਾਰ ਨੂੰ ਕਹਿੰਦਾ ਸੀ 2-4 ਘੰਟੇ ਦੇ ਦਿਓ, ਮੈਂ ਸਾਰਾ ਖਾਲੀ ਕਰਾ ਦਿਆਂਗਾ। ਪਰ ਕਿਤੇ 6 ਜੂਨ ਤੱਕ ਲੜਾਈ ਹੁੰਦੀ ਰਹੀ। ਅਖੀਰ ਸਰਕਾਰ ਦੇ ਵੀ ਹੱਥ ਖੜੇ ਹੋ ਗਏ, ਟੈਂਕ ਤੱਕ ਚਲਾਏ, ਵੀਡੀਓ ਸਕਰੀਨਿੰਗ ਕੀਤੀ ਉਹਨਾਂ ਨੇ ਹੈਲੀਕਾਪਟਰ ਦੇ ਨਾਲ, ਬਹੁਤ ਕੁਝ ਕੀਤਾ। ਜਨਰਲ ਬਰਾੜ ਨੇ ਵੀ ਇਹ ਦੁਸ਼ਟ ਨੇ ਜੋ ਪਾਪ ਕੀਤਾ ਉਹਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ। ਖਾਲਸਾ ਜੀ, ਜਿੱਥੇ ਗੁਰੂ ਕਾ ਖਾਲਸਾ ਹੋਵੇ ਉੱਥੇ ਕਿਸੇ ਦਾ ਵਸ, ਕਿਸੇ ਦਾ ਬਲ ਨਹੀਂ ਚੱਲਦਾ। ਸੋ ਇਸ ਪ੍ਰਕਾਰ ਜਿਹੜੇ ਕਹਿੰਦੇ 3-4 ਘੰਟੇ 'ਚ ਖਾਲੀ ਕਰਾ ਲਵਾਂਗੇ, ਉੱਥੇ 6 ਦਿਨ ਤੱਕ ਉਹ ਟੱਕਰਾਂ ਮਾਰਦੇ ਰਹੇ। ਉਸ ਤੋਂ ਬਾਅਦ ਵੀ ਕੁਝ ਸਿੰਘ ਸਨ ਟੈਂਕੀ ਵਿੱਚ ਲੁਕੇ ਜਿਹੜੇ, ਉਹਨਾਂ ਨਾਲ ਵੀ ਬਾਅਦ ਤੱਕ ਉਹਨਾਂ ਦਾ ਮੁਕਾਬਲਾ ਚੱਲਦਾ ਰਿਹਾ। ਸੋ ਇਸ ਪ੍ਰਕਾਰ ਜਿਹੜੇ ਸਿੰਘ ਸਨ ਕਮਜ਼ੋਰ ਸਨ, ਉਹਨਾਂ ਨੂੰ ਵੇਖ ਕੇ ਫੌਜਦਾਰ ਕਹਿਣ ਲੱਗਾ ਵੀ ਅਸੀਂ ਐਡਾ ਸਾਜੋ ਸਮਾਨ ਇਹਨਾਂ ਵਾਸਤੇ ਤਿਆਰ ਕਰਕੇ ਆਏ, ਇਹਨਾਂ ਕੰਗਾਲਾਂ ਵਾਸਤੇ, ਇਹਨਾਂ ਨੂੰ ਮਾਰਨ ਲਈ ਤਾਂ ਸਾਡੇ 2-4 ਹੀ ਸਿਪਾਹੀ ਬਹੁਤ ਸਨ। ਇਸ ਤਰ੍ਹਾਂ ਜਮਾਦਾਰ ਨੇ ਆਪਣੇ ਨਾਲ ਦੇ ਫੌਜੀਆਂ ਨੂੰ ਆਖਿਆ ਹੈ, ਤਿਆਰ ਹੋ ਜਾਓ ਭਾਈ, ਇਹਨਾਂ ਵਿੱਚੋਂ ਕੋਈ ਇੱਥੋਂ ਭੱਜ ਕੇ ਨਹੀਂ ਜਾਣਾ ਚਾਹੀਦਾ। 4 ਚਫੇਰੇ ਤੋਂ ਇੱਕੋ ਵਾਰੀ ਇਹਨਾਂ ਤੇ ਟੁੱਟ ਕੇ ਪੈ ਜਾਓ। 4 ਤਰਫ ਤੋਂ ਮਾਰ ਕਰੋ, ਇਹਨਾਂ ਵਿੱਚੋਂ ਕੋਈ ਜਿਉਂਦਾ ਨਹੀਂ ਬਚਣਾ ਚਾਹੀਦਾ। ਜਿਹੜਾ ਵੀ ਇਹਨਾਂ ਵਿੱਚੋਂ ਸਿੰਘ ਜਿਸ ਵੀ ਤਰਫ ਭੱਜੇਗਾ ਨਾ, ਮੈਂ ਉਹਨੂੰ ਜਿਉਂਦਾ ਨਹੀਂ ਛੱਡਾਂਗਾ, ਮਾਰ ਦਿਆਂਗਾ। ਇਸ ਪ੍ਰਕਾਰ ਇਹਨਾਂ ਨੂੰ ਨਾ ਵੱਡਾ ਕਸੂਰਵਾਰ ਠਹਿਰਾ ਕੇ, ਵੀ ਵੱਡਾ ਗੁਨਾਹ ਇਹਨਾਂ ਨੇ ਕੀਤਾ, ਇਹਨਾਂ ਨੂੰ ਵੱਡਾ ਗੁਨਾਹਗਾਰ ਬਣਾ ਕੇ ਇੱਥੇ ਮੈਂ ਮਾਰਾਂਗਾ, ਧਰਤੀ ਵਿੱਚ ਇਹਨਾਂ ਨੂੰ ਗੱਡ ਦਿਆਂਗਾ। ਇਹ ਗੱਲ ਸੁਣਦਿਆਂ ਸਾਰ ਸਿਪਾਹੀ 4 ਤਰਫ ਨੂੰ ਦੌੜ ਪਏ। ਸਿਪਾਹੀਆਂ ਨੇ ਵੀ ਵੇਖ ਲਿਆ ਵੀ ਸਿੰਘ ਤਾਂ ਬਹੁਤੇ ਥੋੜੇ ਹਨ। ਹੁਣ ਸਵੇਰ ਦਾ ਸਮਾਂ ਸੀ, ਕੋਈ ਸਿੰਘ ਆਰਾਮ ਕਰਦਾ ਪਿਆ ਸੀ ਨਿਤਨੇਮ ਕਰਕੇ, ਤੇ ਕੋਈ ਸਿੰਘ ਇਸ ਤਰ੍ਹਾਂ ਬਾਹਰ ਜੰਗਲ ਪਾਣੀ ਗਿਆ ਹੋਇਆ ਸੀ। ਕੋਈ ਸਿੰਘ ਉੱਥੇ ਘੋੜਿਆਂ ਵਾਸਤੇ ਘਾਹ ਆਦਿਕ ਲੈਣ ਵਾਸਤੇ ਗਿਆ ਹੈ। ਕੋਈ ਗੋਹਾ ਆਦਿਕ, ਲੱਕੜੀ ਆਦਿਕ ਲੈਣ ਗਏ ਸਨ ਵੀ ਕਿਤੇ ਲੰਗਰ ਪਾਣੀ ਮਾੜਾ ਮੋਟਾ ਉਹਨਾਂ ਨੇ ਤਿਆਰ ਕਰਨਾ ਹੋਣਾ ਹੈ। ਇਸ ਤਰ੍ਹਾਂ ਸਿੰਘ ਵਿਖੰਡੇ ਹੋਏ ਸਨ, ਵੀ ਕੋਈ ਕਿਸੇ ਪਾਸੇ ਗਿਆ ਸੀ, ਕੋਈ ਕਿਸੇ ਪਾਸੇ ਗਿਆ ਸੀ। ਕਈ ਦਿਨਾਂ ਦੇ ਭੁੱਖੇ ਹੋਏ, ਟੇਢੇ ਹੋ ਕੇ ਉੱਥੇ ਪਏ ਹੋਏ ਸਨ। ਤੇ ਜਦੋਂ ਸ਼ਹੀਦੀ ਦੇਗਾ ਛਕ ਲੈਂਦੇ ਨੇ, ਰਗੜਾ ਆਦਿਕ ਛਕ ਕੇ ਫਿਰ ਤਿਆਰ ਹੋ ਜਾਂਦੇ ਹਨ। ਸਿੰਘਾਂ ਨੂੰ ਨੰਗਾ ਭੁੱਖਾ ਵੇਖ ਕੇ ਤੇ ਤੁਰਕ ਬੜੇ ਖੁਸ਼ ਹੋ ਗਏ, ਬੜੇ ਪ੍ਰਸੰਨ ਹੋ ਗਏ ਹਨ। 4 ਤਰਫ ਤੋਂ ਇਸ ਤਰ੍ਹਾਂ ਉਹ ਆਪ ਪਹੁੰਚੇ ਜਿਵੇਂ ਕੋਈ ਜੰਜ ਨਹੀਂ ਆਉਂਦੀ, ਜੰਜ ਦੇ ਵਾਂਗੂ 4 ਚਫੇਰੇ ਤੇ ਸਿੰਘਾਂ ਤੇ ਹਮਲਾ ਕਰਕੇ ਪੈ ਗਏ। ਇਹਨਾਂ ਨੇ ਜਾ ਕੇ ਪਹਿਲਾਂ ਬੰਦੂਕਾਂ ਦੇ ਨਾਲ ਸਿੰਘਾਂ ਨੂੰ ਚੋਟ ਕੀਤੀ ਹੈ।
ਧਰੀ। ਉਸ ਤੋਂ ਬਾਅਦ ਫਿਰ ਤੀਰ ਮਾਰਨੇ ਸ਼ੁਰੂ ਕਰ ਦਿੱਤੇ। ਤੀਰਾਂ ਨਾਲ ਸਿੰਘਾਂ ਨੂੰ ਸ਼ਹੀਦ ਕਰਨ ਦਾ ਯਤਨ ਕੀਤਾ। ਫੇਰ ਨੇਜੇ ਉਹ ਲੈ ਸ਼ਮਸ਼ੇਰ। ਫਿਰ ਹੱਥਾਂ ਵਿੱਚ ਨੇਜੇ ਫੜ ਲਏ ਤੇ ਤਲਵਾਰਾਂ ਫੜ ਲਈਆਂ। ਮਾਰੇ ਸਿੰਘ ਤਿੰਨ ਪਹਿਲੀ ਬੇਰ। ਪਹਿਲੇ ਹਮਲੇ ਦੇ ਵਿੱਚ ਇਹਨਾਂ ਕਈ ਸਿੰਘ ਜਿਹੜੇ ਸਨ ਸ਼ਹੀਦ ਕਰ ਦਿੱਤੇ। ਉਹ ਬੇਖਬਰ ਸਨ, ਉਹਨਾਂ ਨੂੰ ਕੀ ਪਤਾ ਸੀ ਵੀ ਅਚਾਨਕ ਤੁਰਕਾਂ ਨੇ ਆ ਪੈਣਾ, ਤੇ ਬੇਖਬਰ ਹੋ ਕੇ ਕੋਈ ਆਰਾਮ ਕਰਦਾ ਸੀ, ਕੋਈ ਬੈਠਾ ਹੋਇਆ ਸੀ, ਕੋਈ ਸੁੱਤਾ ਪਿਆ ਸੀਗਾ। ਇਸ ਪ੍ਰਕਾਰ ਜਿਹੜਾ ਜਿਹੜਾ ਸਿੰਘ ਇਹਨਾਂ ਦੇ ਹੱਥ ਆਇਆ ਇਹਨਾਂ ਸ਼ਹੀਦ ਕਰ ਦਿੱਤਾ। ਸਿੰਘਾਂ ਦੀ ਗਈ ਅਕਲ ਭੁਲਾਈ। ਹੁਣ ਇੱਕੋ ਦਮ ਜਦੋਂ ਹਮਲਾ ਹੋਇਆ ਤੇ ਸਿੰਘਾਂ ਦੀ ਹੋਸ਼ ਭੁੱਲ ਗਈ, ਉਹਨਾਂ ਨੂੰ ਸਮਝ ਨਾ ਆਵੇ ਵੀ ਕੀ ਕਰੀਏ ਤੇ ਕੀ ਨਾ ਕਰੀਏ। ਤੁਰਕਾ ਬੜੇ ਬਹੁ ਜਮ ਕੀ ਨਿਆਈ। ਹੁਣ ਜਦੋਂ ਇੱਕੋ ਦਮ ਪੈ ਜਾਣ ਜਿਹੜੇ ਆਰਾਮ ਕਰਦੇ ਪਏ ਨੇ, ਹੁਣ ਉਹ ਸਿੰਘ ਕਿਵੇਂ ਖਲੋਣ ਤਿਨਾਂ ਦੇ ਨਾਲ ਜੰਗ ਕਰਨ। ਤੁਰਕ ਜਿਹੜੇ ਸਨ ਵੀ ਜੰਮਾਂ ਦੇ ਵਾਂਗੂ ਇੱਕੋ ਸਮੇਂ ਸਿੰਘਾਂ ਉੱਤੇ ਆ ਕੇ ਪੈ ਗਏ ਹਨ। ਆਕਾਸ਼ੋਂ ਬਿਜਲੀ ਪਰੀ। ਇਸ ਤਰ੍ਹਾਂ ਜਾਣੋ ਵੀ ਜਿਵੇਂ ਆਕਾਸ਼ ਤੋਂ ਬਿਜਲੀ ਸਿੰਘਾਂ ਤੇ ਪੈ ਗਈ ਹੋਵੇ। ਉਹ ਵੀ ਸਿੰਘਾਂ ਤੇ ਪਲ ਸਰੀ। ਇਸ ਤਰ੍ਹਾਂ ਪਹਿਲਾ ਹਮਲਾ ਸਹਿੰਦਿਆਂ ਹੋਇਆ ਸਿੰਘਾਂ ਨੇ ਫਿਰ ਥੋੜਾ ਜਿਹਾ ਯਤਨ ਕੀਤਾ, ਉੱਠ ਕੇ ਖਲੋ ਗਏ, ਤੁਰਕਾਂ ਦਾ ਮੁਕਾਬਲਾ ਕਰਨ ਜੋਗੇ ਹੋ ਗਏ ਹਨ। ਦੋਹਰਾ ਜੋ ਤੁਰਕਨ ਪਹਿਲੇ ਲਵੇ ਤੇ ਸਿੰਘਨ ਤੋਂ ਦੀਏ ਮਾਰ। ਸਾਧ ਸੰਗਤ ਜੀ, ਤੁਰਕਾਂ ਨੂੰ ਪਹਿਲਾਂ ਜਿਹੜੇ ਸਿੰਘ ਲੱਭ ਗਏ ਨਾ, ਕਿਤੇ ਕੋਈ ਆਰਾਮ ਕਰਦਾ ਹੋਇਆ, ਕੋਈ ਬੈਠਾ ਹੋਇਆ, ਕੋਈ ਨਿਤਨੇਮ ਕਰਦਾ ਸੀ, ਜਿਹੜੇ ਜਿਹੜੇ ਸਿੰਘ ਇਹਨਾਂ ਦੇ ਹੱਥ ਆ ਗਏ ਤੇ ਤੁਰਕਾਂ ਨੇ ਮਾਰ ਦਿੱਤੇ ਹਨ। ਜਦੋਂ ਖੜਾਕਾ ਹੋਣ ਲੱਗ ਪਿਆ ਤੇ ਜਿਹੜੇ ਸਿੰਘ ਖਿੰਡੇ ਹੋਏ ਸਨ ਚਾਰ ਚੁਫੇਰੇ, ਉਹ ਤਿਆਰ ਬਰ ਤਿਆਰ ਹੋ ਗਏ ਤੇ ਉਹ ਤੁਰਕਾਂ ਦੇ ਨਾਲ ਆ ਕੇ ਲੜਨ ਵਾਸਤੇ ਅੜ ਪਏ ਨੇ। ਡਰੇ ਨਾ ਮਰਨੋਂ ਮਾਰ, ਉਹ ਮਾਰਨ ਤੇ ਮਰਨ ਤੋਂ ਫਿਰ ਡਰੇ ਨਹੀਂ, ਤਿਆਰ ਬਰ ਤਿਆਰ ਹੋ ਗਏ, ਤੁਰਕਾਂ ਦਾ ਮੁਕਾਬਲਾ ਕਰਨ ਲੱਗ ਪਏ। ਗੁਰੂ ਕਾ ਇੱਕ ਸਿੰਘ ਜਦੋਂ ਇੱਕ ਥਾਂ ਤੇ ਜੰਗ ਕਰਨ ਵਾਸਤੇ ਖਲੋ ਜਾਂਦਾ ਹੈ, ਉਹ ਸਾਰੇ ਤੁਰਕਾਂ ਨੂੰ ਉੱਥੇ ਰੋਕ ਲੈਂਦਾ। ਭਾਵ ਇੰਨੀ ਤਾਕਤ ਨਾਲ ਉਹ ਸਿੰਘ ਲੜਦੇ ਨੇ ਕਿ ਜੇਕਰ ਤੁਰਕ 10 20 50 ਹੋਣ, ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੇ। ਜਦੋਂ ਇੱਕ ਸਿੰਘ ਲੜਦਾ ਹੁੰਦਾ ਨਾ, ਦੂਸਰਿਆਂ ਦੀ ਮਦਦ ਨਹੀਂ ਤੱਕਦਾ ਵੀ ਕੋਈ ਆ ਕੇ ਮੇਰੀ ਮਦਦ ਕਰ ਦੇਵੇ। ਇੱਕ ਸਿੰਘ ਦੇ ਮੂਹਰੇ ਵੀ ਕਈ ਸਿਪਾਹੀ ਜਿਹੜੇ ਸਾਨੂੰ ਟਿਕ ਨਹੀਂ ਸਨ ਸਕਦੇ। ਸਾਧ ਸੰਗਤ ਜੀ, ਜਿਹੜੇ ਸਿੰਘ ਬਾਹਰ ਗਏ ਹੋਏ ਸਨ, ਜਿਵੇਂ ਲੱਕੜਾਂ ਆਦਿਕ ਲੈਣ ਵਾਸਤੇ ਗਏ ਸਨ, ਉਹਨਾਂ ਨੂੰ ਵੀ ਤੁਰਕਾਂ ਨੇ ਘੇਰਾ ਪਾ ਲਿਆ। ਇਸ ਤਰ੍ਹਾਂ ਉਹਨਾਂ ਸਿੰਘਾਂ ਨੇ ਸ਼ਮਸ਼ੀਰਾਂ ਲੈ ਲਈਆਂ, ਤਲਵਾਰਾਂ ਲੈ ਲਈਆਂ ਤੇ ਤਲਵਾਰਾਂ ਨਾਲ ਫਿਰ ਤੁਰਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਜਿਹੜੇ ਹੋਰ ਸਿੰਘ ਆ ਰਹੇ ਸਨ, ਉਹ ਜਦੋਂ ਵੇਖਿਆ ਵੀ ਇੱਕ ਸਿੰਘ ਘਿਰ ਗਿਆ ਤੇ ਦੂਜੇ ਆ ਕੇ ਉਹਨਾਂ ਦੀ ਮਦਦ ਕਰਦੇ ਹਨ। ਜਿਹੜੇ ਸਿੰਘ ਘੇਰੇ ਵਿੱਚ ਆ ਗਏ ਨਾ, ਉਹਨਾਂ ਨੂੰ ਛਡਾਉਣ ਵਾਸਤੇ ਆਪ ਸ਼ਹੀਦ ਹੋ ਜਾਂਦੇ ਨੇ, ਪਰ ਇਹ ਸੋਚਦੇ ਨੇ ਵੀ ਜਿਹੜਾ ਘੇਰੇ ਵਿੱਚ ਆ ਗਿਆ ਤੁਰਕ ਉਹਨੂੰ ਨਾ ਮਾਰ ਸਕਣ, ਦੂਜਿਆਂ ਨੂੰ ਛਡਾਉਣ ਦੇ ਲਈ ਆਪ ਮਰ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਸਿੰਘ ਬਾਹਰ ਗਏ ਸਨ, ਉਹ ਦੂਜੇ ਸਿੰਘਾਂ ਨੂੰ ਛਡਾਉਣ ਵਾਸਤੇ ਤੁਰਕਾਂ ਦੇ ਪਾਸ ਆਏ ਹਨ। ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਿੰਘ ਤੁਰਕਾਂ ਤੇ ਟੁੱਟ ਕੇ ਪੈ ਗਏ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਹੜੇ ਜੰਗ ਵਿੱਚੋਂ ਪਿਛਾਂਹ ਮੁੜ ਜਾਂਦੇ ਨਾ, ਉਹਨਾਂ ਨੂੰ ਬੁਜ਼ਦਲ ਗੀਦੀ ਕਾਇਰ ਕਿਹਾ ਜਾਂਦਾ ਹੈ, ਤੇ ਜਿਹੜਾ ਅੱਗੇ ਵੱਧ ਕੇ ਲੜਦਾ ਹੈ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲੈਂਦਾ, ਜਿਉਂਦਾ ਰਹਿੰਦਾ, ਇੱਥੇ ਪਾਤਸ਼ਾਹੀ ਮਿਲਦੀ, ਸ਼ਹੀਦ ਹੋ ਜਾਂਦਾ ਤੇ ਦਰਗਾਹ 'ਚ ਪਾਤਸ਼ਾਹੀ ਮਿਲਦੀ ਹੈ। ਜਿਹੜੇ ਸਿੰਘ ਜੰਗਲ ਵਿੱਚ ਗਏ ਹੋਏ ਸਨ, ਜਦੋਂ ਬੰਦੂਕਾਂ ਚੱਲੀਆਂ, ਗੋਲੀਆਂ ਚੱਲੀਆਂ, ਢਾਲਾਂ ਤਲਵਾਰਾਂ ਖੜਕੀਆਂ, ਉਹਨਾਂ ਸਿੰਘਾਂ ਨੇ ਆਵਾਜ਼ ਸੁਣ ਲਈ ਹੈ। ਤੇ ਉਹ ਜਿਹੜੇ ਸਿੰਘ ਸਨ, ਉਹਨਾਂ ਨੂੰ ਜਦੋਂ ਪਤਾ ਲੱਗ ਗਿਆ, ਆਵਾਜ਼ ਸੁਣੀ ਵੀ ਇਹ ਤਾਂ ਜੰਗ ਹੋ ਪਿਆ, ਲੱਗਦਾ ਵੀ ਤੁਰਕ ਆ ਗਏ ਨੇ, ਉਸੇ ਵਕਤ ਮਨ ਦਾ ਸਾਰਾ ਸ਼ੰਕਾ ਤਿਆਗ ਕੇ ਤੇ ਮਰਨਾ ਮਨ ਵਿੱਚ ਮੰਡ ਕੇ ਤੇ ਤਿਆਰ ਬਰ ਤਿਆਰ ਹੋ ਕੇ ਸਿੰਘ ਉਹ ਵੀ ਜੰਗ ਕਰਨ ਵਾਸਤੇ ਪਹੁੰਚ ਗਏ। ਕਈ ਦਿਨਾਂ ਦੇ ਭੁੱਖੇ ਭਾਣੇ, ਥੱਕੇ ਟੁੱਟੇ ਸਿੰਘ ਮੁਕਾਬਲਾ ਕਰਨ ਵਾਸਤੇ ਤੁਰਕਾਂ ਦੇ ਮੂਹਰੇ ਖਲੋਤੇ, ਜਿਵੇਂ ਬਿਜਲੀ ਉਹਨਾਂ ਦੇ ਸਰੀਰ 'ਚ ਪ੍ਰਵੇਸ਼ ਹੋ ਗਈ ਹੋਵੇ। ਲੜਦਿਆਂ ਭਿੜਦਿਆਂ ਰਾਤ ਦਾ ਸਮਾਂ ਹੋ ਗਿਆ ਹੈ।
ਪ੍ਰਭਾਤ। ਕਹਿੰਦੇ ਇਸ ਤਰ੍ਹਾਂ ਵੀ ਜਾਣੋ ਵੀ ਜਿਵੇਂ ਸਿੰਘਾਂ ਦੀ ਪ੍ਰਭਾਤ ਪੈ ਗਈ ਹੋਵੇ। ਜਦੋਂ ਰਾਤ ਪੈ ਜਾਂਦੀ ਸੀ ਨਾ, ਉਦੋਂ ਤਾਂ ਸਿੰਘ ਇੰਨੇ ਕੁ ਬਲਵਾਨ ਹੋ ਜਾਂਦੇ ਸਨ ਵੀ ਤੁਰਕਾਂ ਦੇ ਪੈਰ ਨਹੀਂ ਸਨ ਲੱਗਣ ਦਿੰਦੇ, ਭਾਵੇਂ 2-4 ਹੀ ਹੋਣ, ਉਹ ਵੀ ਤੁਰਕਾਂ ਨੂੰ ਲੈ ਬਹਿੰਦੇ ਸਨ। ਇਸ ਪ੍ਰਕਾਰ ਜਦੋਂ ਰਾਤ ਪੈ ਗਈ, ਤੁਰਕਾਂ ਵਾਸਤੇ ਰਾਤ ਪੈ ਗਈ, ਉਹ ਥੱਕ ਗਏ, ਟੁੱਟ ਗਏ, ਤੇ ਸਿੰਘਾਂ ਵਾਸਤੇ ਸਮਝੋ ਜਿਵੇਂ ਪ੍ਰਭਾਤ ਦਾ ਸਮਾਂ ਹੋ ਗਿਆ ਹੋਵੇ, ਸਵੇਰ ਦਾ ਸਮਾਂ ਹੋ ਗਿਆ ਹੋਵੇ। ਜਿਵੇਂ ਸਵੇਰੇ ਉੱਠਦੇ ਮਨੁੱਖ ਤਰੋ ਤਾਜ਼ਾ ਹੁੰਦਾ, ਥਕਾਵਟ ਉਤਰ ਜਾਂਦੀ ਹੈ, ਇਸ ਤਰ੍ਹਾਂ ਵੀ ਸਿੰਘਾਂ ਲਈ ਰਾਤ ਪ੍ਰਭਾਤ ਵਾਂਗੂ ਹੋ ਗਈ ਹੈ। ਹੋਏ ਥੱਕ ਗਏ ਲੜਨ ਹਰ ਮਰਨੋਂ। ਲੜਦਿਆਂ ਮਰਦਿਆਂ ਤੁਰਕ ਇਸ ਤਰ੍ਹਾਂ ਥੱਕ ਗਏ, ਟੁੱਟ ਗਏ ਹਨ। ਬਾਲਕ ਖਾਲਸੋ ਜਨ ਭਇਓ ਕਰਨੋ। ਇਸ ਤਰ੍ਹਾਂ ਜਾਣੋ ਵੀ ਜਦੋਂ ਦਿਨ ਦਾ ਸਮਾਂ ਸੀ ਵੀ ਖਾਲਸਾ ਬਾਲਕ ਬੱਚੇ ਵਾਂਗੂ ਸੀ, ਜਦੋਂ ਰਾਤ ਹੋ ਗਈ ਤੇ ਜਵਾਨ ਹੋ ਗਿਆ ਹੈ। ਦੋਹਰਾ ਆਏ ਦੇਖਿਓ ਇੱਕ ਸਿੰਘ ਨੇ ਇਕੱਲੋ ਫੌਜ ਸੁਧਾਰ। ਹੁਣ ਲੜਦਿਆਂ ਭਿੜਦਿਆਂ ਰਾਤ ਪੈ ਗਈ। ਇਧਰ ਜਿਹੜਾ ਫੌਜਦਾਰ ਸੀ ਨਾ, ਉਹ ਡੇਰਾ ਲਾ ਕੇ ਬੈਠਾ ਸੀ। ਫੌਜ ਲੜਦੀ ਪਈ ਸੀ ਤਾਂ ਆਪ ਕਿਤੇ ਇਕੱਲਾ ਡੇਰਾ ਲਾ ਕੇ ਬੈਠਾ ਹੋਇਆ ਸੀ। ਇੱਕ ਸਿੰਘ ਜਿਹੜਾ ਸੀ ਨਾ, ਉਹ ਲੰਘਦਿਆਂ ਉਹਦੇ ਡੇਰੇ ਵਿੱਚ ਜਾ ਪਹੁੰਚਿਆ। ਉਹਨੇ ਵੇਖਿਆ ਵੀ ਫੌਜਦਾਰ ਇਕੱਲਾ ਖੜਿਆ ਹੋਇਆ ਹੈ। ਦਈ ਖੈਂਚ ਸ਼ਮਸ਼ੇਰ ਸਿਰ ਮੁੰਡੀ ਦਈ ਉਤਾਰ। ਸਿੰਘ ਨੇ ਖਿੱਚ ਕੇ ਤਲਵਾਰ ਨਾਲ ਉਹਦੀ ਮੁੰਡੀ ਤੇ ਮਾਰੀ, ਤੇ ਉਹ ਫੌਜਦਾਰ ਦਾ ਸਿਰ ਜਿਹੜਾ ਸੀ ਉਹ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਇਦਾਂ ਜਿਵੇਂ ਕਹਿ ਲਓ ਵੀ ਆਪਾਂ ਆ ਵੇਲ ਦੇ ਨਾਲੋਂ ਕੱਦੂ ਤੋੜ ਕੇ ਸੁੱਟ ਦਈਦਾ, ਕੱਦੂ ਦੇ ਵਾਂਗੂ ਉਹਦਾ ਸਿਰ ਲਾ ਕੇ ਸੁੱਟ ਦਿੱਤਾ ਹੈ। ਆਇਓ ਸੋ ਮਰਿਓ ਪੱਖ ਸਿੰਘਨ ਗੁਰ ਕੀਨ। ਗੁਰੂ ਕੇ ਸਿੰਘਾਂ ਨੂੰ ਮਾਰਨ ਵਾਸਤੇ ਆਇਆ ਸੀ, ਆਪ ਮਰ ਗਿਆ। ਸਤਿਗੁਰੂ ਕਲਗੀਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੰਘਾਂ ਦਾ ਪੱਖ ਕੀਤਾ ਤੇ ਖਾਲਸੇ ਦੀ ਪੈਜ ਲਾਜ ਰੱਖ ਲਈ ਹੈ। ਜੇ ਤੁਰਕ ਵਿੱਚ ਲੁਕ ਗਏ ਮਿਲ ਸਿੰਘਨ ਲਏ ਛੀਨ। ਇਸ ਤਰ੍ਹਾਂ ਕੁਝ ਤੁਰਕ ਭੱਜ ਗਏ। ਜਦੋਂ ਕਮਾਂਡੋ ਫੌਜਦਾਰ ਮਾਰਿਆ ਜਾਏ ਨਾ, ਫਿਰ ਨਹੀਂ ਫੌਜ ਖੜਦੀ ਹੁੰਦੀ ਕਦੇ ਵੀ। ਤੇ ਜਦੋਂ ਉਹਨਾਂ ਵੇਖਿਆ ਵੀ ਸਾਡਾ ਕਮਾਂਡੋ ਮਾਰਿਆ ਗਿਆ, ਸਾਡਾ ਲੀਡਰ ਮਾਰਿਆ ਗਿਆ, ਜਿਹੜੀ ਫੌਜ ਸੀ ਤੁਰਕਾਂ ਦੀ ਭੱਜ ਗਈ, ਤੇ ਕੁਝ ਲੁਕ ਗਏ, ਕੁਝ ਸਿੰਘਾਂ ਨੇ ਝਟਕਾ ਦਿੱਤੇ, ਤੇ ਸਿੰਘਾਂ ਨੇ ਇਹਨਾਂ ਦੇ ਡੇਰੇ ਤੇ ਹਮਲਾ ਕੀਤਾ ਤੇ ਸਾਰਾ ਡੇਰਾ ਹੀ ਲੁੱਟ ਲਿਆ ਹੈ। ਜੋ ਪਈ ਸਿੰਘਾਂ ਦੇ ਤਬ ਸ਼ਾਦੀ ਭਈ। ਇਸ ਤਰ੍ਹਾਂ ਘੋੜੇ ਕਹੀਏ, ਹੋਰ ਰਸਤਾ ਪਾਣੀ, ਡੇਰੇ ਵਿੱਚ ਸ਼ਸਤਰ ਬੜਾ ਕੁਝ ਸੀ ਤੁਰਕਾਂ ਦੇ ਕੋਲ, ਉਹ ਸਾਰਾ ਕੁਝ ਸਿੰਘਾਂ ਨੇ ਲੁੱਟ ਲਿਆ। ਤੇ ਇਹਦੇ ਨਾਲ ਸਿੰਘਾਂ ਦੀ ਕਹਿ ਲਓ ਵੀ ਕਈ ਦਿਨਾਂ ਦੀ ਭੁੱਖ ਮਿਟ ਗਈ, ਤੇ ਸਿੰਘਾਂ ਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਹਨ। ਬੈਠੇ ਸਿੰਘ ਆਪ ਦੌਲਤ ਆਈ। ਬੜਾ ਔਖਾ ਸਮਾਂ ਸੀ, ਜੰਗਲ 'ਚ ਬੈਠੇ ਸਨ, ਸਾਗ ਪੱਤੇ ਖਾ ਕੇ ਗੁਜ਼ਾਰਾ ਕਰਦੇ ਸਨ। ਉੱਥੇ ਕਿਹੜਾ ਤੜਕਾ ਲੱਗਦਾ ਸੀ ਸਾਗ ਨੂੰ ਅੱਜ ਵਾਂਗੂ, ਵੀ ਇਹ ਪਹਿਲਾਂ ਅੱਧਾ ਕਿਲੋ ਘਿਓ ਦੇਸੀ ਪਾ ਕੇ ਤੜਕਾ ਲਾ ਕੇ ਫਿਰ ਉੱਤੇ ਮੱਖਣ ਠੂਸ ਲੈਂਦੇ ਆ, ਫਿਰ ਕਹਿੰਦੇ ਜੀ ਫਿਰ ਕਸਟਰੋਲ ਵੱਧ ਗਿਆ ਤੇ ਹੁਣ ਵਧਣਾ ਹੀ ਹੈ। ਹੁਣ ਇਹੋ ਜਿਹੇ ਪਦਾਰਥ ਅਸੀਂ ਜਦੋਂ ਖਾਂਦੇ ਆ, ਬਾਬਾ ਹੋਰ ਖਾਣਾ ਖੁਸ਼ੀ ਖਵਾਰ ਖਿਮਾ ਕਰਿਓ, ਬਾਣੀ ਕਹਿੰਦੀ, ਮੈਂ ਕਹਿੰਦਾ ਹਾਂ ਤੁਸੀਂ ਟੋਕਦੇ ਹੋ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਆ ਜਿਹੜਾ ਹੋਰ ਅਸੀਂ ਭੋਜਨ ਖਾਂਦੇ ਆ ਨਾ ਤਮੋ ਗੁਣੀ, ਇਹਦੇ ਨਾਲ ਖੁਆਰੀ ਹੁੰਦੀ, ਜਿਹਦੇ ਖਾਣ ਦੇ ਨਾਲ ਹਿਰਦੇ ਵਿੱਚ ਮਨ ਵਿੱਚ ਵਿਕਾਰ ਚੱਲਦੇ ਨੇ। ਇਹੋ ਜਿਹਾ ਅਸੀਂ ਖੁਸ਼ੀ ਨਾਲ ਭੋਜਨ ਖਾਂਦੇ ਆ, ਪਰ ਇਹ ਭੋਜਨ ਮਨੁੱਖ ਨੂੰ ਮਨ ਕਰਕੇ ਤੇ ਤਨ ਕਰਕੇ ਵਿਕਾਰੀ ਕਰਦਾ ਹੈ। ਉਹ ਸਿੰਘ ਜਿਹੜੇ ਸਨ, ਨਾ ਲੂਣ ਨਾ ਮਿਰਚ ਨਾ ਘਿਓ ਉਹਨਾਂ ਦੇ ਕੋਲ। ਇਸੇ ਤਰ੍ਹਾਂ ਲੱਕੜਾਂ ਲਿਆ ਕੇ ਅੱਗ ਬਾਲ ਲੈਣੀ, ਤੇ ਵਿੱਚੇ ਲਿਆ ਕੇ ਉਹਨਾਂ ਨੇ ਸਾਗ ਸੁੱਟ ਲੈਣਾ, ਤੇ ਉਬਾਲ ਕੇ ਹੀ ਇਦਾਂ ਹੀ ਖਾ ਲੈਣਾ, ਪੇਟ ਭਰ ਲੈਣਾ। ਸੁੱਕੇ ਪੱਤੇ ਸਾਗ ਖਾ ਕੇ ਗੁਜ਼ਾਰਾ ਕਰਨ ਵਾਲੇ ਸਿੰਘ, ਇਹੋ ਜੀ ਕਲਾ ਮਹਾਰਾਜ ਦੀ ਵਰਤੀ। ਬੈਠੇ ਸਿੰਘ ਆਪ ਦੌਲਤ ਆਈ। ਜੰਗਲ 'ਚ ਬੈਠੇ ਸਨ, ਉਥੇ ਸਿੰਘਾਂ ਵਾਸਤੇ ਆਪੇ ਹੀ ਦੌਲਤ ਚੱਲ ਕੇ ਆ ਗਈ ਹੈ। ਪਰੇ ਸਿੰਘ ਜੂ ਦਰਿਆਉ ਰੁੜਾਏ। ਜਿਹੜੇ ਸਿੰਘ ਚੜ੍ਹਾਈ ਕਰ ਗਏ ਸ਼ਹੀਦ ਹੋ ਗਏ ਸਨ, ਅਕਾਲ ਚਲਾਣਾ ਹੋ ਗਿਆ ਜਿਨ੍ਹਾਂ ਦਾ, ਉਹਨਾਂ ਸਿੰਘਾਂ ਨੂੰ ਜਾ ਕੇ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਹੈ। ਰਾਤ ਹੋਤ ਲੋ ਦੁਗਣੇ ਆਏ। ਇੱਕ ਗੱਲ ਯਾਦ ਰੱਖਿਓ, ਭਾਵੇਂ ਕਿ ਸੰਸਕਾਰ ਕਰਨ ਦੀ ਮਰਿਆਦਾ ਹੈ, ਪੁਰਾਣੇ ਸਮੇਂ ਦੇ ਵਿੱਚ ਵੈਸੇ ਕਿ ਇਹੋ ਜਿਹੇ ਵੀ ਸਾਡੇ 'ਚ ਲੋਕ ਹਨ ਜਿਹੜੇ ਮੁਰਦੇ ਦਾ ਸਰੀਰ ਜਲ ਵਿੱਚ ਪ੍ਰਵਾਹ ਕਰਦੇ ਨੇ। ਵੈਸੇ ਤਾਂ ਕਈ ਤਰੀਕੇ ਨੇ ਜੀ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਪਾਏ। ਹੱਸਣ ਪਾਏ ਦਾ ਭਾਵ ਹੈ ਵੀ ਪਹਿਲਾਂ ਅੱਜ ਦੇ ਸਮੇਂ ਵਿੱਚ ਵੀ ਇਹ ਕਮਿਊਨਿਟੀ ਇੱਕ ਹੈਗੀ ਹੈ, ਉਹ ਜਦੋਂ ਕੋਈ ਚੜ੍ਹਾਈ ਕਰਦਾ ਨਾ, ਉਹਨਾਂ ਨੇ ਖੂਹ ਜਿਹਾ ਬਣਾਇਆ ਹੋਇਆ, ਉਹ ਖੂਹ ਦੇ ਉੱਤੇ ਜਾ ਕੇ ਨਾ ਉੱਥੇ ਸਰੀਰ ਰੱਖ ਦਿੰਦੇ ਨੇ ਬੰਦੇ ਦਾ।
ਜਿਵੇਂ ਆਪਣੇ ਇੱਥੇ ਪਸ਼ੂਆਂ ਵਾਲੀ ਥਾਂ ਬਣੀ ਹੁੰਦੀ ਹੈ ਨਾ, ਜਿਵੇਂ ਖੱਲ ਖੁੱਲ ਲਾ ਕੇ ਸੁੱਟ ਦਿੰਦੇ ਨੇ, ਇਦਾਂ ਦੀ ਉਹਨਾਂ ਨੇ ਜਗ੍ਹਾ ਬਣਾਈ। ਇੱਕ ਪੀ ਫਿਰ ਹੱਸਣ ਪਾਏ, ਉਹ ਖੂਹ ਜਿਹਾ ਹੁੰਦਾ, ਉਹ ਖੂਹ ਦੇ ਉੱਤੇ ਲਿਆ ਕੇ ਨਾ ਸਰੀਰ ਰੱਖ ਦਿੰਦੇ ਨੇ। ਉਹ ਹੌਲੀ ਹੌਲੀ ਗਲਦਾ ਰਹਿੰਦਾ ਤੇ ਪਸ਼ੂ ਪੰਛੀ ਆ ਕੇ ਉਹ ਮਾਸ ਨੋਚਦੇ ਰਹਿੰਦੇ, ਹੱਡੀਆਂ ਜੀਆਂ ਰਹਿ ਜਾਂਦੀਆਂ ਨੇ। ਉਹਨਾਂ ਨੂੰ ਕਹਿੰਦੇ ਹੱਸਣ ਪਾਏ। ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ, ਇੱਕ ਖੂਹਾਂ 'ਤੇ ਰੱਖ ਦਿੰਦੇ ਨੇ, ਇੱਕ ਧਰਤੀ ਵਿੱਚ ਦਬਾਉਂਦੇ ਨੇ। ਇਸੇ ਪ੍ਰਕਾਰ ਇੱਕ ਸੰਸਕਾਰ ਕਰਦੇ ਨੇ। ਵੱਖਰੀ ਵੱਖਰੀ ਹਰ ਕਿਸੇ ਦੀ ਰੀਤ ਹੈ, ਪਰ ਸਿੱਖ ਪੰਥ ਦੇ ਵਿੱਚ ਜਿਹੜੀ ਮਰਿਆਦਾ, ਜਿਹੜੀ ਰੀਤ ਹੈ, ਉਹ ਰੀਤ ਇਹ ਹੈਗੀ ਹੈ ਵੀ ਸਰੀਰ ਦਾ ਸੰਸਕਾਰ ਕਰਨਾ। ਪਰ ਪੁਰਾਤਨ ਸਮੇਂ ਵਿੱਚ, ਅੱਜ ਤਾਂ ਖੈਰ ਇਹ ਖੇਡ ਬੜੀ ਔਖੀ ਆ ਵੀ ਕੋਈ ਪੂਰਨ ਮਹਾਂਪੁਰਸ਼ ਹੋਵੇ ਤੇ ਇਹੋ ਜਿਹੀ ਕਲਾ ਵਰਤਦੀ ਹੈ, ਪਰ ਪੁਰਾਣੇ ਸਮੇਂ ਦੇ ਵਿੱਚ ਕੁਝ ਮਹਾਂਪੁਰਸ਼ਾਂ ਨੂੰ ਜਲ ਪ੍ਰਵਾਹ ਵੀ ਕਰ ਦਿੱਤਾ ਜਾਂਦਾ ਸੀਗਾ। ਉਹਦਾ ਕਾਰਨ ਇਹ ਆ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ ਜਲ ਪ੍ਰਵਾਹ ਕਰੀਏ ਤੇ ਉਹ ਸਰੀਰ ਜਦੋਂ ਜਲ ਵਿੱਚ ਜਾਂਦਾ ਨਾ ਤੇ ਉਹ ਜਲ ਰੂਪ ਹੀ ਹੋ ਜਾਂਦਾ, ਉਹ ਵਿੱਚ ਹੀ ਸਮਾ ਜਾਂਦੇ, ਜਲ ਰੂਪ ਹੋ ਜਾਂਦੇ ਨੇ। ਕੁਝ ਮਹਾਂਪੁਰਸ਼ ਬੰਦਗੀ ਵਾਲੇ ਇੱਦਾਂ ਦੇ ਹੁੰਦੇ ਨੇ। ਇਸ ਤਰ੍ਹਾਂ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਸੀਗਾ। ਜਦੋਂ ਜਲ ਵਿੱਚ ਜਾਣਾ ਸਰੀਰ ਜਲ ਹੀ ਬਣ ਜਾਣ। ਤੇ ਜਿਨ੍ਹਾਂ ਨੂੰ ਹੋਰਾਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਉਹਨਾਂ ਦਾ ਸਰੀਰ ਗਲਦਾ ਰਹਿੰਦਾ ਤੇ ਉਹ ਜਲ ਨੂੰ ਵੀ ਦੂਸ਼ਿਤ ਕਰਦੇ ਨੇ ਜਾ ਕੇ, ਉਹਨਾਂ ਦਾ ਕੁਝ ਨਹੀਂ ਬਣਦਾ। ਜਿਹੜਾ ਸੰਪੂਰਨ ਮਹਾਂਪੁਰਸ਼ ਹੈ, ਪਰਮੇਸ਼ਰ ਵਿੱਚ ਮਿਲਿਆ ਹੋਇਆ, ਉਹਦਾ ਸਰੀਰ ਜਦੋਂ ਜਲ ਵਿੱਚ ਜਾਂਦਾ ਜਲ ਰੂਪ ਹੋ ਜਾਂਦਾ ਹੈ। ਇਸ ਕਰਕੇ ਜਿਹੜੇ ਸਿੰਘ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ ਦਰਿਆ ਵਿੱਚ ਬਹਾ ਦਿੱਤਾ ਗਿਆ, ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਭਾਈ ਜਿਹੜੇ ਖਾਲਸੇ ਹਨ ਇਹ ਸੁਮੋ ਬਾਣੀ ਹੈ। ਸੁਮ ਬਾਣੀ ਉਹਨੂੰ ਕਹਿੰਦੇ ਵੀ ਜਿਵੇਂ ਇੱਕ ਸੋਮਾ ਹੁੰਦਾ ਨਾ ਜਲ ਦਾ, ਉਹਦੇ ਵਿੱਚੋਂ ਜਲ ਨਿਕਲ ਹੀ ਜਾਂਦਾ, ਨਾ ਨਲਕੇ ਦੀ ਲੋੜ ਹੈ ਨਾ ਬੋਰ ਦੀ ਲੋੜ ਹੈ, ਆਪੇ ਹੀ ਜਲ ਉਹਦੇ ਵਿੱਚੋਂ ਪ੍ਰਗਟ ਹੋਈ ਜਾਂਦਾ ਹੈ। ਖਾਲਸਾ ਵੀ ਇਸ ਤਰ੍ਹਾਂ ਭਾਈ ਸੁਮਨ ਬਾਣੀ ਹੈ। ਇੱਕ ਸਿੰਘ ਸ਼ਹੀਦ ਹੁੰਦਾ, ਚਾਰ ਹੋਰ ਆ ਜਾਂਦੇ, ਚਾਰ ਸ਼ਹੀਦ ਹੋ ਜਾਂਦੇ, 20 ਹੋਰ ਆ ਜਾਂਦੇ ਹਨ। ਹੁਣ ਖਾਲਸੇ ਦੀ ਅਖੈ ਕਹਾਣੀ ਹੋ ਗਈ। ਅਖੈ ਦਾ ਭਾਵ ਜਿਹੜਾ ਕਦੇ ਨਾਸ਼ ਨਾ ਹੋਵੇ। ਉਹ ਜਿੰਨੇ ਤੁਰਕ ਸਿੰਘਾਂ ਨੂੰ ਮਾਰਦੇ ਨੇ ਉਹਦੇ ਨਾਲੋਂ ਦੁੱਗਣੇ ਚੌਗਣੇ ਹੋਰ ਪ੍ਰਗਟ ਹੋ ਜਾਂਦੇ ਹਨ। ਜਿਵੇਂ ਆਪਾਂ ਸੁਣਿਆ ਨਾ, ਕਹਾਵਤ ਬਣ ਗਈ, ਜਦੋਂ ਮੀਰ ਮੰਨੂ ਨੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਮਾਈਆਂ ਬੀਬੀਆਂ ਨੂੰ ਚੱਕੀਆਂ ਦੇ ਕੇ ਤੇ ਉਹਨਾਂ ਕੋਲੋਂ ਸਵਾ ਮਣ ਉਹਨਾਂ ਨੇ ਦਾਣਾ ਪਿਸਵਾਇਆ। ਖੰਨੀ ਕਿਹਨੂੰ ਕਹਿੰਦੇ ਵੀ ਅੱਧਾ ਕੁ ਪ੍ਰਸ਼ਾਦਾ, ਸਾਰਾ ਦਿਨ ਅੱਧਾ ਪ੍ਰਸ਼ਾਦਾ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਤੇ ਇੱਕ ਛੰਨਾ ਜਲ ਦਾ ਤੇ ਖੰਨੀ ਰੋਟੀ। ਬੱਚੇ ਸਨ ਕਈਆਂ ਮਾਈਆਂ ਦੇ, ਬੀਬੀਆਂ ਦੇ, ਤੇ ਉਹ ਬੱਚੇ ਹੁਣ ਜਦੋਂ ਮਾਤਾ ਨੇ ਆਪ ਪ੍ਰਸ਼ਾਦਾ ਨਹੀਂ ਛਕਣਾ, ਦੁੱਧ ਕਿੱਥੋਂ ਪਿਆਉਣਗੀਆਂ? ਦੁੱਧ ਵੀ ਨਹੀਂ ਸੀ ਪਿਆਣ ਦਿੰਦੇ, ਬਿਲਕਰੇ ਰਹਿੰਦੇ ਸਨ। ਆਕਾਸ਼ ਵਿੱਚ ਸੁੱਟ ਕੇ ਤੇ ਹੇਠਾਂ ਬਰਛੇ ਕਰ ਦੇਣੇ, ਬੱਚਿਆਂ ਨੂੰ ਪਾੜ ਦੇਣਾ, ਤਲਵਾਰਾਂ ਮਾਰ ਕੇ ਇਸ ਤਰ੍ਹਾਂ ਬੱਚਿਆਂ ਦਾ ਕਤਲ ਕਰ ਦੇਣਾ, ਉਹਨਾਂ ਮਾਤਾਵਾਂ ਦਾ ਕਤਲ ਕਰ ਦੇਣਾ। ਇਹੋ ਜਿਹੇ ਹਾਲਾਤ ਬਣ ਗਏ। ਬੱਚਿਆਂ ਦੇ ਸਰੀਰ ਦੇ ਟੋਟੇ ਕੱਟ ਕੇ ਪਰੋ ਕੇ ਤੇ ਮਾਈਆਂ ਦੇ ਗਲਾਂ 'ਚ ਹਾਰ ਪਾਏ। ਮੀਰ ਮੰਨੂ ਨੇ ਤਾਂ ਜ਼ੁਲਮ ਦੀ ਇੰਤਹਾ ਹੀ ਕਰ ਦਿੱਤੀ ਨਾ ਉਹਨੇ। ਉਦੋਂ ਕਹਾਵਤ ਬਣ ਗਈ ਸੀ, ਮੰਨੂ ਸਾਡੀ ਦਾਤਰੀ ਅਸਾਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਸੀ ਦੂਣੇ ਚੌਣੇ ਹੋਏ। ਇਹ ਕਹਾਵਤ ਬਣ ਗਈ। ਉਹਨਾਂ ਮਾਤਾਵਾਂ ਦੀ ਬੜੀ ਵੱਡੀ ਕੁਰਬਾਨੀ, ਸਿੰਘਾਂ ਦੀ ਕੁਰਬਾਨੀ। ਉਹ ਕਹਿੰਦੇ ਜਿਉਂ ਮੀਰ ਮੰਨੂ ਸਾਨੂੰ ਵੱਢਦਾ ਸੀ ਤਾਂ ਦੂਣੇ ਚੌਣੇ ਹੋਰ ਹੋਈ ਜਾਂਦੇ ਆ, ਜਿੰਨੇ ਸਾਨੂੰ ਨਾਸ਼ ਕਰਦੇ ਨੇ ਅਸੀਂ ਉਨੇ ਹੀ ਵੱਧੇ ਜਾਂਦੇ ਆ। ਇਸ ਕਰਕੇ ਖਾਲਸੇ ਦੀ ਅਖੈ ਕਹਾਣੀ ਹੋ ਗਈ ਦੁਨੀਆ ਦੇ ਵਿੱਚ। ਖਾਲਸੇ ਨੂੰ ਮਾਰਨਾ ਚਾਹੁੰਦੇ ਨੇ, ਖਾਲਸਾ ਹੋਰ ਜ਼ਿਆਦਾ ਪ੍ਰਗਟ ਹੋ ਜਾਂਦਾ ਹੈ। ਉਹ ਮਾਰਨ ਦਾ ਯਤਨ ਕਰਦੇ, ਖਾਲਸਾ ਮਰਦਾ ਨਹੀਂ। ਜੇ ਕਿਤੇ ਦੁਖੀ ਹੋ ਜਾਣ ਨਾ, ਤੁਸੀਂ ਕਿਸੇ ਸਿੰਘ ਨੂੰ ਮਿਲੋ। ਅੱਜ ਦੇ ਤਾਂ ਹੁਣ ਮਹਾਰਾਜ ਕਹਿੰਦੇ ਨੇ ਵੀ ਜਿਸ ਪੈ ਖੋਲੋ ਗੰਠੜੀ ਦੁਖੀ ਭਰਿਆ ਆ, ਵੀ ਅੱਜ ਦਾ ਸਮਾਂ ਤਾਂ ਇਦਾਂ ਦਾ ਹੀ ਹੈ ਵੀ ਜਿਹਦੇ ਕੋਲ ਜਾਓ ਨਾ ਤੁਸੀਂ, ਤੂੰ ਆਪਣਾ ਇੱਕ ਦੁੱਖ ਸੁਣਾ ਦਿਓ, ਉਹ ਕੋਲ ਆਪਣੀ ਪੰਡ ਖੋਲ ਦਿੰਦਾ ਹੈ ਵੀ ਤੇਰੇ ਕੋਲ ਇੱਕ ਹੈ ਭਰਾਵਾ, ਮੇਰੇ ਕੋਲ ਤਾਂ 1000 ਰੁਪਏ ਹੋਏ ਨੇ। ਇਹੀ ਹਾਲ ਹੈ ਨਾ। ਜਿਵੇਂ ਮਸ਼ਕੀਨ ਜੀ ਕਹਿੰਦੇ ਨੇ ਵੀ ਕਿਸੇ ਨੂੰ ਪਰਖਣਾ ਹੋਵੇ ਨਾ, ਵੀ ਤੁਸੀਂ ਆਪਣਾ ਇੱਕ ਦੁੱਖ ਸੁਣਾ ਦਿਓ, ਅਗਲਾ ਪੰਡ ਖੋਲ ਕੇ ਮੂਹਰੇ ਰੱਖ ਦਿੰਦਾ ਹੈ ਵੀ ਤੂੰ ਦੁਖੀ, ਮੈਂ ਤਾਂ ਤੇਰੇ ਨਾਲੋਂ ਹੋਰ ਜ਼ਿਆਦਾ ਦੁਖੀ ਹਾਂ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੱਕ ਗਏ ਨਾ ਨਗਰ ਵਿੱਚ, ਤੇ ਸ਼ਾਹੂਕਾਰ ਦੀ ਦੁਕਾਨ ਦੇ ਸਾਹਮਣੇ ਬਹਿ ਗਏ ਸਤਿਗੁਰੂ। ਉਹ ਜਿਹੜਾ ਸ਼ਾਹੂਕਾਰ ਸੀ, ਨੌਕਰ ਚਾਕਰ ਉਹਦੇ ਚਾਰ ਚਫੇੜੇ, ਸੇਵਾ ਹੋ ਰਹੀ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਸਾਡੇ ਵੱਲ ਵੇਖਿਆ ਤੱਕ ਨਹੀਂ ਇਹਨੇ ਵੀ ਸਾਧੂ ਆਈ ਬੈਠੇ ਨੇ,
ਵੇਖੋ ਕਿੰਨੇ ਚੰਗੇ ਕਰਮ, ਕਿੰਨਾ ਸੁਖੀ, ਇੰਨੇ ਨੌਕਰ ਚਾਕਰ ਇਹਦੇ ਕੋਲ ਹੈ। ਮਹਾਰਾਜ ਕਹਿੰਦੇ ਵੀ ਚਲੋ ਚੱਲ ਕੇ ਪੁੱਛ ਲੈਨੇ ਆ ਵੀ ਕਿੰਨਾ ਕੁ ਸੁਖੀ ਹੈ। ਗੁਰੂ ਸਾਹਿਬ ਚਲੇ ਗਏ। ਸਤਿਗੁਰੂ ਜੀ ਕਹਿਣ ਲੱਗੇ ਬੜੇ ਸੁਖੀ ਹੋ ਸ਼ਾਹੂਕਾਰ ਜੀ, ਇੰਨੇ ਨੌਕਰ ਚਾਕਰ, ਕੋਈ ਜਲ ਛਕਾ ਰਿਹਾ, ਕੋਈ ਹਵਾ ਪਾ ਰਿਹਾ, ਕੋਈ ਮੁੱਠੀ ਚਾਪੀ ਕਰ ਰਿਹਾ, ਕੋਈ ਕੰਮ ਕਾਰ ਕਰ ਰਿਹਾ, ਤੁਹਾਡੇ ਤੋਂ ਸੁਖੀ ਕੌਣ ਦੁਨੀਆ ਤੇ। ਗੁਰੂ ਸਾਹਿਬ ਦੇ ਬਚਨ ਹਿਰਦੇ ਨੂੰ ਵਿੰਨ ਗਏ, ਕਿਉਂਕਿ ਮਹਾਰਾਜ ਦੇ ਬੋਲ ਜਿਹੜੇ ਨੇ ਇੱਕ ਆਮ ਮਨੁੱਖ ਬੋਲੇ ਨਾ ਤੇ ਉਹਦੀ ਗੱਲ ਕੁਝ ਹੋਰ ਹੈ। ਜਦੋਂ ਸਤਿਗੁਰੂ ਬੋਲਦੇ ਨੇ, ਬਾਣੀ ਉਚਰਹਿ ਸਾਧ ਜਨ ਅਮਿਆ ਚੱਲਹਿ ਚਰਣੇ, ਅੰਮ੍ਰਿਤੀ ਜਿਹੜਾ ਹੈ ਝਰਦਾ ਗੁਰੂ ਦੇ ਮੁਖ ਵਿੱਚੋਂ। ਮਹਾਰਾਜ ਨੇ ਜਦੋਂ ਬਚਨ ਕਹੇ ਨਾ, ਇਉਂ ਵੀ ਹਿਰਦਾ ਵਿੰਨ ਗਏ, ਅੱਖਾਂ 'ਚ ਆਂਸੂ ਆ ਗਏ, ਰੋ ਪਿਆ। ਕਹਿੰਦਾ ਮਹਾਰਾਜ ਤੁਹਾਨੂੰ ਜਾਪਦਾ ਮੈਂ ਸੁਖੀ ਹਾਂ? ਕਿਉਂ? ਮੇਰੇ ਕੋਲ ਨੌਕਰ ਚਾਕਰ ਨੇ, ਇਹ ਪਸਾਰਾ ਚੰਗਾ ਘਰ-ਬਾਰ ਮਹਿਲ ਮਾੜੀਆਂ ਵੇਖ ਕੇ ਸੁਖੀ ਜਾਪਦਾ? ਨਹੀਂ, ਮੇਰੇ ਤੋਂ ਵੱਡਾ ਦੁਖੀ ਕੋਈ ਨਹੀਂ। ਗੁਰੂ ਸਾਹਿਬ ਨੂੰ ਸ਼ਬਦ ਉਚਾਰਨ ਕਰਨਾ ਪਿਆ। ਸਹੰਸਰ ਦਾਨ ਦੇ ਅੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਇਹ ਸ਼ਬਦ ਰਾਮ ਕਲੀ ਦੀ ਵਾਰ ਜਿਹੜੀ ਹੈ, ਦੂਸਰੀ ਵਾਰ, ਉਹਦੇ ਵਿੱਚ ਮਹਾਰਾਜ ਨੇ ਉਚਾਰਿਆ। ਤੇ ਉਹਦੇ ਵਿੱਚ ਇੱਕ ਬਚਨ ਆਉਂਦਾ ਸੀ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸ ਕਰਕੇ ਇੱਕ ਬੰਦਾ ਦੁਖੀ ਆ, ਉਹਦੇ ਅੰਦਰ ਦੀ ਗੱਲ ਨੂੰ ਫੋਲਣਾ ਹੋਵੇ ਤੇ ਇੱਕ ਸੁਣਾ ਦਿਓ ਆਪਣਾ ਦੁੱਖ, ਤੇ ਅਗਲਾ ਪੰਡ ਖੋਲ ਕੇ ਮੂਹਰੇ ਰੱਖ ਦਿੰਦਾ। ਤੇ ਖਾਲਸੇ ਦਾ ਕੀ ਸੁਭਾਅ ਸੀ? ਜਦੋਂ ਕਿਸੇ ਨੇ ਮਿਲਣਾ, ਖਾਲਸਾ ਜੀ ਕਿੱਦਾਂ ਹੋ? ਚੜ੍ਹਦੀ ਕਲਾ ਹੈ, ਚੜ੍ਹਦੀ ਕਲਾ। ਸਮਾਂ ਭਾਵੇਂ ਜੈਸਾ ਮਰਜ਼ੀ ਹੋਵੇ, ਉਹਨਾਂ ਦਾ ਬੋਲਾ ਹੀ ਕਹਿੰਦੇ ਚੜ੍ਹਦੀ ਕਲਾ ਵਾਲਾ ਸੀ। ਜਦੋਂ ਕਹਿਣਾ ਚੜ੍ਹਦੀ ਕਲਾ, ਅਗਲੇ ਨੇ ਵੀ ਸੋਚਣਾ ਭਾਵੇਂ ਸਮਾਂ ਜੈਸਾ ਵੀ ਹੈ ਪਰ ਹਲੇ ਵੀ ਚੜ੍ਹਦੀ ਕਲਾ 'ਚ ਨੇ। ਅੰਦਰ ਦਾ ਸਾਹਸ, ਅੰਦਰ ਦੀ ਦਲੇਰੀ ਬੰਦੇ ਨੂੰ ਟੁੱਟਣ ਨਹੀਂ ਦਿੰਦੀ, ਸਮੇਂ ਭਾਵੇਂ ਕੈਸਾ ਵੀ ਹੋਵੇ, ਸਮਾਂ ਕੈਸਾ ਵੀ ਹੋਵੇ। ਜਦੋਂ ਬੰਦੇ ਦੀ ਦਲੇਰੀ ਟੁੱਟ ਜਾਂਦੀ ਹੈ ਨਾ, ਅੰਦਰ ਦਾ ਸਾਹਸ ਖਤਮ ਹੋ ਜਾਂਦਾ ਹੈ, ਉਦੋਂ ਬੰਦਾ ਗੋਡੇ ਟੇਕ ਦਿੰਦਾ ਹੈ। ਜਦੋਂ ਤੁਸੀਂ ਗੋਡੇ ਟੇਕਦੇ ਹੋ, ਤੁਹਾਨੂੰ ਮੁਸੀਬਤਾਂ ਘੇਰ ਲੈਂਦੀਆਂ ਨੇ। ਇਸ ਕਰਕੇ ਬਾਣੀ ਦਾ, ਸ਼ਬਦ ਦਾ ਆਸਰਾ ਲਈਏ, ਗੁਰਮੰਤਰ ਦਾ ਆਸਰਾ ਲਈਏ। ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜੈਸੇ ਆ ਪਿੱਲਰ ਲੈਂਟਰ ਸੰਭਾਲੀ ਬੈਠਾ ਨਾ, ਪਿੱਲਰ ਥੱਲੇ ਨੀਂਹ ਹੈ ਤੇ ਕੰਧਾਂ ਦੇ ਉੱਪਰ ਵੀ ਪਿੱਲਰ ਪਾਏ ਜਾਂਦੇ ਨੇ, ਸੰਭਾਲੀ ਬੈਠੇ ਨੇ ਸਾਰਾ ਕੁਝ। ਵੇਟ ਇਹਦੇ ਤੇ ਆ ਨਾ, ਲੈਂਟਰ ਦਾ ਸਾਰਾ ਪਿੱਲਰਾਂ ਤੇ। ਜਿਵੇਂ ਥੰਮ ਮੰਦਰ ਨੂੰ ਸੰਭਾਲ ਲੈਂਦਾ, ਜੋ ਮੰਦਰ ਕੋ ਥੰਮ ਹੈ ਥੰਮਨ, ਥੰਮ ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ, ਤਿਉਂ ਗੁਰੂ ਦਾ ਸ਼ਬਦ ਮਨ ਨੂੰ ਵੀ ਥੰਮ ਲੈਂਦਾ ਹੈ। ਭਾਵੇਂ ਤੁਹਾਡੇ ਨਾਲ ਕੁਝ ਵੀ ਹੋ ਜਾਏ, ਜਦੋਂ ਬਾਣੀ ਤੁਹਾਡੇ ਹਿਰਦੇ ਵਿੱਚ ਹੈ, ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਤੁਹਾਡੇ ਹਿਰਦੇ ਵਿੱਚ ਹੈ ਨਾ, ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ। ਜਦੋਂ ਤੁਸੀਂ ਮੁਸੀਬਤ ਅੱਗੇ ਗੋਡੇ ਟੇਕ ਦਿੱਤੇ, ਮੁਸੀਬਤ ਤੁਹਾਨੂੰ ਢਾ ਲਏਗੀ। ਪਰ ਜਦੋਂ ਤੁਸੀਂ ਡਟ ਕੇ ਉਹਦਾ ਮੁਕਾਬਲਾ ਕਰੋਗੇ, ਸਮਾਂ ਇੱਕ ਨਹੀਂ ਰਹਿੰਦਾ, ਸਮਾਂ ਬਦਲਦਾ ਰਹਿੰਦਾ। ਨਾ ਉਹ ਰਿਹਾ, ਨਾ ਆ ਰਹਿਣਾ। ਤੇ ਜਿਹੜਾ ਅੱਜ ਦਾ ਸਮਾਂ, ਇਹ ਵੀ ਬਦਲ ਜਾਣਾ। ਸਮਾਂ ਕਰਵਟ ਹਮੇਸ਼ਾ ਲੈਂਦਾ ਹੁੰਦਾ ਹੈ। ਰਾਜਿਆਂ ਨੂੰ ਭਿਖਾਰੀ ਤੇ ਭਿਖਾਰੀਆਂ ਨੂੰ ਰਾਜਾ ਵੀ ਬਣਾ ਦਿੰਦਾ ਹੈ। ਸੋ ਇਸ ਕਰਕੇ ਗੁਰੂ ਪਿਆਰਿਓ, ਕਹਿਣ ਦਾ ਭਾਵ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਮੰਤਰ ਵਸਦਾ, ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ। ਹਾਂ, ਗੱਲਾਂ ਨਾਲ ਚੜ੍ਹਦੀ ਕਲਾ ਨਹੀਂ, ਲੋਕਾਂ ਨੂੰ ਸੁਣਾਉਣ ਵਾਸਤੇ ਚੜ੍ਹਦੀ ਕਲਾ ਨਹੀਂ, ਵੀ ਮਨ 'ਚ ਕੋਸਦੇ ਰਹੋ ਵੀ ਮੈਂ ਬੜਾ ਦੁਖੀ ਹਾਂ ਤੇ ਕੋਈ ਆ ਜਾਏ, ਚੜ੍ਹਦੀ ਕਲਾ ਨਹੀਂ। ਸਿੰਘ ਭਾਵੇਂ ਦੁਖੀ ਵੀ ਹੁੰਦੇ ਸਨ, ਅੰਦਰੋਂ ਉਹਨਾਂ ਦੀ ਚੜ੍ਹਦੀ ਕਲਾ ਸੀ। ਤੇ ਜਦੋਂ ਅੰਦਰੋਂ ਚੜ੍ਹਦੀ ਕਲਾ, ਤੇ ਉਹਨਾਂ ਨੇ ਕਹਿਣਾ, ਭਾਈ ਸਾਹਿਬ ਭਾਈ ਰਤਨ ਸਿੰਘ ਦੇ, ਰਹਿ ਦੁਖੀ ਤੋਂ ਸੁਖੀ ਬਤਾਵੈ। ਜੇ ਦੁਖੀ ਰਹਿੰਦੇ, ਕਹਿੰਦੇ ਅਸੀਂ ਸੁਖੀ ਹਾਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਦੁੱਖ ਹੈ ਹੀ ਨਹੀਂ, ਕਹਿੰਦੇ ਬਸ ਸੁੱਖ ਹੀ ਸੁੱਖ ਹੈ ਸਾਰਾ ਕੁਝ। ਇਸ ਤਰ੍ਹਾਂ ਉਹ ਚੜ੍ਹਦੀ ਕਲਾ ਦੱਸਦੇ ਹਨ। ਸੋ ਗੱਠੇ ਕੋ ਰੂਪਾ ਭਾਖੈ, ਆਪਾਂ ਕਹਿੰਦੇ ਆ ਗੱਠਾ ਪਿਆਜ਼, ਤੇ ਕੀ ਕਹਿੰਦੇ ਸਨ? ਰੂਪਾ। ਰੂਪਾ ਕਿਹਨੂੰ ਕਹਿੰਦੇ? ਚਾਂਦੀ ਨੂੰ। ਚਾਂਦੀ ਵਰਗਾ ਹੁੰਦਾ ਨਾ, ਚਿੱਟੇ ਜਿਹੇ ਰੰਗ ਦਾ ਹੁੰਦਾ ਹੈ। ਇੱਕ ਲਾਲ ਪਿਆਜ਼ ਹੁੰਦਾ, ਇੱਕ ਚਿੱਟੇ ਰੰਗ ਦਾ ਹੁੰਦਾ। ਇਸ ਤਰ੍ਹਾਂ ਉਹਨਾਂ ਨੇ ਗੱਠੇ ਨੂੰ ਗੱਠਾ ਨਹੀਂ ਕਹਿਣਾ, ਰੂਪਾ ਕਹਿਣਾ, ਵੀ ਇਹ ਤਾਂ ਚਾਂਦੀ ਹੈ। ਠੂਠਨ ਕੋ ਸੁਨਹਿਰੋ ਆਖੈ, ਜਿਹੜੇ ਠੂਠੇ ਉਹਨਾਂ ਦੇ ਕੋਲ ਹੁੰਦੇ ਸਨ, ਠੂਠਾ ਕਿਹਨੂੰ ਕਹਿੰਦੇ? ਵੀ ਮਿੱਟੀ ਦਾ ਕੱਚਾ ਭਾਂਡਾ, ਉਹਨੂੰ ਕਹਿਣੇ ਤਾਂ ਸੁਨਹਿਰਾ ਹੈ। ਸੁਨਹਿਰਾ ਕਿਹਨੂੰ ਕਹਿੰਦੇ? ਸੋਨੇ ਦੇ ਬਾਟੇ ਨੂੰ, ਵੀ ਇਹ ਤਾਂ ਸੋਨੇ ਦਾ ਬਾਟਾ ਆ ਸਾਡਾ। ਖਾਲਸੇ ਦੇ ਬੋਲ ਵੀ ਚੜ੍ਹਦੀ ਕਲਾ ਵਾਲੇ ਨਾ, ਜਿਹਦੇ ਵਿੱਚ ਨਿਹੰਗ ਸਿੰਘ ਦੇਗ ਰਗੜਦੇ ਨੇ, ਉਹਨੂੰ ਕੀ ਕਹਿੰਦੇ? ਆਪਾਂ ਕੁੰਡਾ ਕਹੀ ਜਾਂਦੇ ਆ, ਵੀ ਦੌਰੀ ਡੰਡਾ ਜਾਂ ਕੁੰਡਾ ਕਹਿਤਾ।
ਉਹ ਕਹਿੰਦੇ ਵੀ ਸੁਨਹਿਰਾ, ਇਹ ਸੋਨੇ ਦਾ ਬਾਟਾ ਹੈ। ਠੂਠੇ ਨੂੰ ਵੀ ਸੋਨੇ ਦਾ ਬਾਟਾ ਹੀ ਕਹਿੰਦੇ ਹਨ। ਭੁਖੇ ਰਹਿ ਮਸਤ ਲੰਗਰ ਕਹੈ। ਭੁੱਖੇ ਰਹਿੰਦੇ ਨੇ, ਕਹਿੰਦੇ ਜੀ ਲੰਗਰ ਮਸਤ ਹੋ ਗਿਆ ਜੀ, ਮਸਤਾਨਾ ਹੋ ਗਿਆ ਲੰਗਰ। ਕਦੇ ਨਹੀਂ ਕਹਿਣਾ ਵੀ ਲੰਗਰ ਮੁੱਕ ਗਿਆ ਵੀ ਅਸੀਂ ਭੁੱਖਿਆ, ਨਹੀਂ, ਕਹਿੰਦੇ ਲੰਗਰ ਮਸਤ ਹੋ ਗਿਆ, ਮਸਤਾਨਾ ਹੋ ਗਿਆ ਹੈ। ਖੂਹ ਖਾਤਰ ਮਨ ਬੇਦਨ ਰਹੈ। ਖੂਹਾਂ ਵਿੱਚ, ਜੰਗਲਾਂ ਵਿੱਚ, ਬੇਲਿਆਂ ਵਿੱਚ, ਦਰਿਆ ਦੇ ਕੰਢਿਆਂ ਦੇ ਉੱਤੇ ਜਾ ਕੇ ਰਹਿੰਦੇ ਨੇ। ਅੱਗੇ ਹੁਣ ਕਥਾ ਵੀ ਆਉਣੀ ਹੈ ਬਘਿਆੜਾਂ ਦੀ ਖੱਡ ਵਿੱਚ ਰਹਿਣ ਵਾਲੇ ਸਿੰਘਾਂ ਦੀ, ਜਿਨ੍ਹਾਂ ਤੁਰਕਾਂ ਨਾਲ ਜੰਗ ਕੀਤਾ। ਕੱਲ੍ਹ ਦੇ ਦੀਵਾਨ ਵਿੱਚ ਉਹਨਾਂ ਦੀ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤੋ ਨਾਨਕ ਹੋਤਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।